ले भी श्रोता जिन्हों हूँ दोबारे फिर दूसरी कास्ट आ रही है। मैं दम भी ले लिया तो मैं भी थोड़ा जिहा हौला जिहा हो गया तो हूँ दूजी थोड़ी सेवा दे विच होर हाजिर करदियां कहानी कोई ना कोई। ध्यान दे के सुनियो, ये जिहड़ी कहानी मैं हुण सुणाउणी आ तुहानूं, इस कहानी का पुन्न भी बहुत है तो ये शिक्षा भी बहुत है। असल दे विच इहदे च इस्त्री जाति है जिहड़ी, चाहे कोई वड्डी है चाहे कोई छोटी है, ये इस्त्री जाति नूं इहदे विचों बड़ा लाभ होऊगा। ये कहानी दे विच जिहड़ी मैं हुण थोड़ी शरण दे विच कहण लग्या। लो दिओ जवाब फतेह दा फतेह जी। वाहिगुरू जी का खालसा वाहिगुरू जी की फतेह। एक राजा बिरखवो है, वो बिरखव राजा दे संतान भी सी, राणियां भी सी ते उहदे 5-4 कन्या भी सी, बच्चा भी सी। सारे आपो आपस में बहुत ही गुजारा वधिया सोहना निकलदा ते उन्हां दा। अगे जिहड़े राजे थे वो कोई 10 पिंडां दा राजा हुंदा, कोई 20 पिंडां दा राजा हुंदा, कोई 30 पिंडां दा राजा। अगे राजे वाले से इस धरती दे उत्ते वो फिर एक दूजे का राज दब्बी जाते, हौली हौली दबदे दबदे फिर वड्डे राजे हो गए, फिर मुल्क वध गए। इस तरह का ये हिसाब चलिया होंदा कि पहला तो ला के वो राजा गल्लां करदा रोज़ ही रोज़। ਉਹਦੇ एक सारिਆਂ तो जिहड़ी छोटी कन्या सी ਉਹਦੇ 2 ਨਾਂ थे, एक तो शुकी ਨਾਂ सी ਉਹਦਾ, एक ਉਹਦਾ नाम कौशकी थी। 2 नावां से वो लड़की नूं बुलाया जाता सी। सारे बच्चे आपदे पिता ना, माता ना, भाइयां ना, भैणां ना बहुत हसदे खेडदे ते बहुत कोई मंगां करदे डोडी, कदे कहंदे माता पिता नूं सानूं ऐ चाहीदा, सानूं ऐ चाहीदा, सानूं। ये जिहड़ी कौशकी कन्या थी, कोई राम दे नेड़े सी, परमात्मा दे नेड़े सी। ये सब दियां सुनी जांदी ते आपे चौड़ नहीं थी करदी। ना ही ये मुखना कहिंदी थी किसी नूं भी मैनूं आ चीज़ चाहिए, आ लैके दिओ। जिहड़ी लिया के मापिਆਂ ने देती ਉਹੀ पा ली, ਉਹੀ ले ली। ना ਉਹਨੂੰ चंगी कहणे ना ਉਹਨੂੰ माड़ी कहणे। जे ਉਹਨੂੰ पुछदे भी तैनूं सोहणी लगदी है भी ਜਿਹੜਾ ਤੈਨੂੰ कपड़ा लीड़ा कोई जोड़ा जत्ती लिया के दिता है भी तैनूं सोहना लगदा है, वो कहदी सोहना आप ही लगदा जो मेरे कर्म 'ਚ ਇਹ ਸੀ। ਉਹਦੀ डोरी कर्मां ते वो हौली 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 जवान हो गई। वो लड़की भी दूजियां लड़कियां विचों विआहियां गईयां। एक दिन वो राजा के दिल दे विच आई भी ये सब कुड़ी डडरी है, ਇਹਦਾ ਕਿਵੇਂ ਕਰਾਂਗੇ। ਹੁਣ ਜਵਾਨ ਹੁੰਦੀ ਜਾਂਦੀ ਹੈ, ਵਿਆਹੁਣੀ ਵੀ ਹੈ ਕੱਲ੍ਹ ਨੂੰ, ਪਰ ਇਹ ਤਾਂ ਸੱਤ ਨਾ ਸੱਤ ਕਹਿੰਦੀ ਨਹੀਂ ਕੁਛ, ਖਬਰਾਂ ਕੀ ਹੈ। ਮਾਤਾ ਦੇ ਵੀ ਇਹ ਦਿਲ ਦੇ ਵਿੱਚ ਖਿਆਲ ਅਤੇ ਪਿਤਾ ਦੇ ਵੀ ਇਹ ਦਿਲ ਵਿੱਚ। ਉਹ ਸੋਚਦੇ ਸੋਚਦੇ ਇੱਕ ਦਿਨ ਬਾਖੋ ਚੌੜ ਜਵਾਕਾਂ ਦੇ ਨਾਲ ਕਰਨ ਲੱਗ ਗਏ ਦੋਏ ਰਾਜਾ ਰਾਣੀ। ਕਰਦੇ ਕਰਦੇ ਤੇ ਉਹ ਵੀ ਬੈਠੀ ਝਾਕੀ ਜਾਂਦੀ ਹੈ। ਉਹਨੂੰ ਪੁੱਛਿਆ ਬਾਦਸ਼ਾਹ, ਕਹਿੰਦਾ ਬੇਟਾ ਤੂੰ ਚੁੱਪ ਦੀ ਚੁੱਪ ਹੀ ਹੈ, ਤੂੰ ਕੁਛ ਬੋਲਦੀ ਨਹੀਂ, ਆਪਦੇ ਦਿਲ ਦਾ ਖਿਆਲ ਤੂੰ ਸਾਨੂੰ ਦੱਸਦੀ ਨਹੀਂ, ਪ੍ਰਗਟ ਨਹੀਂ ਕਰਦੀ। ਤੇ ਮੈਂ ਤੁਹਾਡੇ ਵਾਸਤੇ ਕੀ ਕਰਨਾ। ਕਦੇ ਕੁਛ ਲਿਆ ਕੇ ਦਿੰਦਾ, ਕਦੇ ਖਾਣ ਨੂੰ ਲਿਆ ਕੇ ਦਿੰਦਾ, ਕਦੇ ਪਹਿਨਣ ਨੂੰ ਲਿਆ ਕੇ ਦਿੰਦਾ ਵੀ ਮੇਰੇ ਬੱਚੇ ਸਾਰੇ ਜਣੇ ਰਾਜੀ ਖੁਸ਼ੀ ਨੇ, ਮੇਰੇ ਮੂਹਰੇ ਖੇਲਦੇ ਦਿਸਣ, ਮੈਨੂੰ ਬਾਖੋ ਚੌੜਾਂ ਛਾਲਾਂ ਮਾਰਦੇ ਦਿਸਣ। ਤੇ ਤੇਰੇ 'ਚ ਕਦੇ ਨਾ ਮੈਂ ਇਹ ਵੀ ਚੀਜ਼ ਨਹੀਂ ਦੇਖੀ। ਬੇਟਾ ਤੂੰ ਬੋਲ ਕੇ ਤਾਂ ਸੁਣਾ ਵੀ ਤੇਰੇ ਦਿਲ 'ਚ ਕੀ ਹੈ ਅਸਲ। ਫਿਰ ਦੇਖੋ ਮੈਂ ਇੰਨਾ ਔਖਾ ਹੁੰਦਾ, ਮੇਰੀ ਅਖਿਆਈ ਬੰਨੀ ਵੀ ਝਾਕੋ। ਕਹਿੰਦੀ ਪਿਤਾ ਬੋਲਣ ਦੇ ਵਿੱਚ ਕਲੇਸ਼ ਹੀ ਵਾਧਾ ਹੁੰਦਾ, ਘਾਟਾ ਤਾਂ ਨਫਾ ਤਾਂ ਨਿਕਲਦਾ ਨਹੀਂ। ਕਿਉਂ? ਕਹਿੰਦਾ ਕਲੇਸ਼ ਕਿਵੇਂ ਵਧੂ। ਹਾਂ ਕਹਿੰਦੀ ਜੇ ਮੈਂ ਬੋਲੂੰ ਫਿਰ ਤੂੰ ਦੁੱਖ ਹੀ ਮੰਨੇਗਾ, ਫਿਰ ਤੂੰ ਖੁਸ਼ੀ ਨਹੀਂ ਰਹਿ ਸਕਦਾ ਮੇਰੇ 'ਤੇ, ਫਿਰ ਤੂੰ ਦੁਖੀ ਹੋਏਗਾ। ਮੈਨੂੰ ਕਾਹਨੂੰ ਬੁਲਾਉਣਾ, ਜਿਵੇਂ ਗੱਡੀ ਚੱਲਦੀ ਹੈ ਚੱਲੀ ਚੱਲਣੀ।
ਉਹ ਕਹਿੰਦਾ ਵੀ ਬੇਟੀ ਇਹ ਤਾਂ ਗੱਲ ਨਹੀਂ ਹੋ ਸਕਦੀ, ਇਹ ਤਾਂ ਇੱਕ ਦਿਨ ਨਮੇੜਾ ਹੋਊਗਾ ਹੀ, ਤੂੰ ਕਹਿ ਜਿਹੜੀ ਤੇਰੇ ਦਿਲ 'ਚ ਹੈ। ਕਹਿੰਦੀ ਫਿਰ ਆਹ ਕਿਹਨੂੰ ਸੁਣਾਉਣਾ ਕਹਿ ਕੇ ਵੀ ਮੈਂ ਤੁਹਾਨੂੰ ਆਹ ਲਿਆ ਕੇ ਦੇਣਾ, ਆਹ ਲਿਆ ਕੇ ਦੇਣਾ, ਆਹ ਲਿਆ ਕੇ ਦੇਣਾ, ਇਹ ਸੁਣਾਉਂਦਾ ਕਿਹਨੂੰ ਹੈ? ਇਹ ਲੈਣ ਦੇਣੇ ਦਾ ਸੰਸਾਰ ਹੈ। ਜੇ ਇੱਥੇ ਲੈਣਾ ਕਿਸੇ ਤੋਂ ਤਾਂ ਇੱਥੇ ਆਉਂਦਾ ਹੈ, ਜੇ ਦੇਣਾ ਹੈ ਤਾਂ ਇੱਥੇ ਆਉਂਦਾ ਹੈ। ਇਹਦਾ ਸੰਸਾਰ ਹੀ ਲੈਵਾ ਦੇਵੀ ਦੇ। ਅਤੇ ਤੂੰ ਇਹ ਮੈਨੂੰ ਕਿਹੜੇ ਉਪਦੇਸ਼ ਦੇਣ ਲੱਗਿਆ ਵੀ ਮੈਂ ਤੁਹਾਡੀ ਖਾਤਰ ਆਹ ਕਰਦਾ? ਇਹ ਤੇਰੀ ਡਿਊਟੀ ਹੈ, ਪ੍ਰਮਾਤਮਾ ਦੀ ਲਈ ਹੋਈ, ਤੂੰ ਕਰੇ ਨਾ। ਫਿਰ ਤੇਰਾ ਇਹਦੇ ਵਿੱਚ ਅਖਤਿਆਰ ਵੀ ਕੋਈ ਨਹੀਂ। ਜਿਹੜਾ ਸਾਡੇ ਕਰਮ ਦਾ ਫਲ ਹੈ ਉਹ ਅਸੀਂ ਤੇਰੇ ਤੋਂ ਲੈਣਾ, ਉਹ 'ਚ ਤੂੰ ਲੱਤ ਵੀ ਨਹੀਂ ਲਾ ਸਕਦਾ, ਦੇਣਾ ਵੀ ਪਊਗਾ। ਇਹ ਜੀਵ ਜਦੋਂ ਕਹਿੰਦੀ ਪਿਤਾ ਤਿਆਰ ਹੁੰਦਾ ਹੈ, ਇਹਦੇ ਵਿੱਚ 10 ਇੰਦਰੀਆਂ ਪਾ ਦਿੰਦਾ ਪਰਮਾਤਮਾ ਰਚਣ ਵਾਲਾ, ਜਿਹੜਾ 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ, ਫਿਰ 5 ਇਹਦੇ 'ਚ ਤੱਤ ਪਾ ਦਿੰਦਾ ਹੈ। ਫਿਰ ਇਹਦੇ ਵਿੱਚ ਹੋਰ ਜਿੰਨੀ ਕਿ ਵਸਤੂ ਲੋੜੀਂਦੀ ਹੁੰਦੀ ਹੈ ਉਹ ਵੀ ਪਾਉਂਦਾ ਹੈ। ਬਰਮਾ ਜੀ ਨੇ ਬਣਾ ਕੇ ਤਿਆਰ ਕਰਕੇ ਰੱਖਤਾ, ਪਰ ਕਹਿੰਦੀ ਇਹ ਸਰੀਰ ਉੱਠਦਾ ਨਹੀਂ। ਉੱਠਦਾ ਕਾਹਦੇ ਨਾਲ ਹੈ? ਚਾਨਣ ਕਾਹਦੇ ਨਾਲ ਹੁੰਦਾ ਇਸ ਜੀਵ ਨੂੰ? ਆ ਬਿਜਲੀ ਦੀ ਲਾਈਟ ਹੈ, ਜਿੰਨਾ ਚਿਰ ਆਪਾਂ ਸੁੱਚ ਨਹੀਂ ਦੱਬਦੇ ਉਹਨਾਂ ਚਿਰ ਲਾਈਟ ਨਹੀਂ ਦਿੰਦੀ। ਲਾਈਟ ਤਾਂ ਉਹਦੇ ਵਿੱਚ ਹੈ ਹੀ, ਪਰ ਉਹ ਜਗਦੀ ਨਹੀਂ। ਉਹ ਜਗਣ ਵਾਲਾ ਜਿਹੜਾ ਬਟਨ ਹੈ, ਜੇ ਉਹ ਦੱਬਾਂਗੇ ਆਪਾਂ ਨੂੰ ਚਾਨਣ ਹੋ ਜਾਊਗਾ। ਫਿਰ ਕਹਿੰਦੀ ਉਹ ਪ੍ਰਮਾਤਮਾ ਦੀ ਕਿਰਨ ਆਉਂਦੀ ਹੈ ਇਹਦੇ ਵਿੱਚ। ਜਦੋਂ ਇਹ ਸਾਰਾ ਤਿਆਰ ਹੋ ਜਾਂਦਾ ਹੈ, ਉਹਦੇ ਵਿੱਚ ਫਿਰ ਕਿਰਨ ਇੱਕ ਉਹਦੀ ਆਉਂਦੀ ਹੈ। ਜਦੋਂ ਉਹਦੀ ਕਿਰਨ ਆ ਕੇ ਇਹਦੇ 'ਚ ਪ੍ਰਵੇਸ਼ ਹੁੰਦੀ ਹੈ, ਉਦੋਂ ਇਹ ਬੈਠਾ ਹੋ ਜਾਂਦਾ, ਕਿੱਤੇ ਲੱਗ ਜਾਂਦਾ, ਕਾਰੋਬਾਰ ਕਰਦਾ, ਡਿਊਟੀਆਂ ਸਾਂਭਦਾ ਤੁਰਿਆ ਫਿਰਦਾ। ਇਹ ਤੂੰ ਆ ਗਿਆ, ਮੈਨੂੰ ਕੀ ਦਿੰਦਾ? ਇੱਥੇ ਤਾਂ ਗ੍ਰੰਥ ਐ ਲਿਖਦੇ ਨੇ ਵੀ ਪਹਿਲਾਂ ਬੜੀ ਪਰਾਲਭਤ ਅਤੇ ਪਿੱਛੋਂ ਬਣਿਆ ਸਰੀਰ। ਤੁਲਸੀਦਾਸ ਗਰੀਬ ਦਾ ਮਨ ਨਹੀਂ ਬਣਦਾ ਫਕੀਰ। ਐ ਪਿਤਾ, ਇਹ ਜੀਵ ਪੈਦਾ ਹੋਣ ਤੋਂ ਪਹਿਲਾਂ ਇਹਦਾ ਸਾਰਾ ਲੇਖਾ ਪੱਤੀ ਲਿਖਿਆ ਜਾਂਦਾ ਹੈ। ਇਹਦੇ ਮਰਨ ਦੀ ਤਰੀਕ ਇਹਦੇ ਜੰਮਣ ਤੋਂ ਪਹਿਲਾਂ ਪੈ ਜਾਂਦੀ ਹੈ ਵੀ ਫਲਾਨੇ ਦਿਨ ਇਹਦਾ ਮੌਤ ਹੈ ਜੀ, ਐ ਮਰੂਗਾ। ਅਤੇ ਤੂੰ ਕਿਸੇ ਨੂੰ ਕੀ ਇਹ ਗਿਆਨ ਦੇਣ ਲੱਗੇ? ਇੱਥੇ ਸਭ ਆਪੋ ਆਪਦਾ ਕਰਮ ਖਾਂਦੇ ਨੇ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ ਹੈ। ਜੀ ਤੋਂ ਦੇਣਾ ਲੈਣਾ ਉਹ ਤੋਂ ਹਿਸਾਬ ਲੈਂਦਾ ਬੰਦਾ। ਇਹ ਸੋਚ ਕੇ ਜਦੋਂ ਇੱਥੋਂ ਤੱਕ ਕਿਹਾ ਉਹਨੇ, ਕਹਿੰਦੀ ਮੈਂ ਕਹਿੰਦੀ ਸੀ ਵੀ ਆਪਾਂ ਬੋਲ ਕੇ ਕੀ ਲੈਣੇ। ਅੱਛਾ, ਕਹਿੰਦਾ ਨਾਲ ਦੀ ਨਾਲ ਹੀ ਫਰੰਟ ਹੋ ਗਿਆ। ਐਡਾ ਘਮੰਡ ਹੈ ਤੇਰੇ ਦਿਲ 'ਚ? ਕਹਿੰਦੀ ਹਾਂ ਹੈਗਾ। ਚੰਗਾ, ਕਹਿੰਦਾ ਮੈਂ ਦੇਖੂੰ ਤੇਰੇ ਘਮੰਡ। ਉਹ ਕਹਿੰਦੀ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ, ਮੈਂ ਤਾਂ ਹੀ ਤੈਨੂੰ ਕਹਿੰਦੀ ਸੀ ਵੀ ਬੁਲਾ ਨਾ। ਮੈਂ ਸੱਚੀਆਂ ਕਹਿਣੀਆਂ ਨੇ, ਤੂੰ ਹਰਖੇਂਗਾ। ਮੈਂ ਤਾਂ ਕੋਈ ਤੈਨੂੰ ਲਾ ਕੇ ਗੱਲ ਤਾਂ ਕਹੀ ਨਹੀਂ। ਮੈਂ ਤਾਂ ਜਿੰਨੀਆਂ ਗੱਲਾਂ ਤੈਨੂੰ ਕਹੀਆਂ ਇਹ ਸਾਰੀਆਂ ਵੇਦਾਂ ਦੇ ਅਨੁਸਾਰ ਹੀ ਗਈਆਂ, ਸ਼ਾਸਤਰਾਂ ਦੇ ਮੁਤਾਬਕ ਹੀ ਗਈਆਂ। ਕਹਿੰਦਾ ਕੋਈ ਨਹੀਂ, ਦੇਖਾਂਗੇ ਤੇਰੇ ਸ਼ਾਸਤਰ। ਉਹ ਸੋਚਦਾ ਵੀ ਹੁਣ ਇਹ ਕੁੜੀ ਨੇ ਮੈਨੂੰ ਤੋੜ ਕੇ ਜਵਾਬ ਤਾਂ ਦੇਤਾ ਵੀ ਤੂੰ ਕੀ ਸਾਡੇ ਸਾਹਮਣੇ ਕਰਦਾ। ਹੁਣ ਇਹਦਾ ਆਪਾਂ ਵਿਆਹ ਹੀ ਇਹੋ ਜਿਹਾ ਕਰੇ, ਦੇਖਾਂਗੇ ਕਰਮਗਤੀ ਕਿਹੜੀ ਹੈ। ਹੁਕਮ ਦੇਤਾ, ਕਹਿੰਦਾ ਵੀ ਨਾ ਇਹਦਾ ਪੈਰਾਂ ਦਾ ਪਿੰਗਲਾ ਹੋਵੇ, ਲੱਤਾਂ ਨਾ ਚੱਲਦੀਆਂ ਹੋਣ, ਨਾਲੇ ਕੋੜ ਚੱਲਿਆ ਹੋਵੇ, ਉਹ ਲਿਆਓ ਭਾਲ ਕੇ ਤੋਰ ਤੇ ਨੌਕਰ। 4 ਚੁਫੇਰੇ ਨੂੰ ਤੁਰ ਕੇ ਦੇਖਿਆ ਕਿ ਕੋੜੀ ਨਾਲੇ ਲੱਤਾਂ ਦਾ ਵਿੱਚ ਪਿੰਗਲਾ, ਉਹ ਖਾਰੀ 'ਚ ਪਿਆ, ਟੋਕਰੀ 'ਚ ਪਿਆ। ਚੱਕ ਲਿਆ ਟੋਕਰੀ ਚੱਕ ਕੇ ਲਿਆ ਕੇ ਰਾਜੇ ਨੂੰ ਕਹਿੰਦੇ ਲੈ ਵੀ ਰਾਜਾ, ਅਸੀਂ ਤਾਂ ਤੇਰਾ ਹੁਕਮ ਕਰਤਾ ਪੂਰਾ, ਆਪ ਲੈਂਦਾ ਦੇਖ ਲੈ, ਬੋਲ ਕੀ ਕਰਦਾ ਹੁਣ ਇਹਨੂੰ। ਕਹਿੰਦਾ ਹੁਣ ਇਹਦੇ ਨਾਲ ਉਹਨੂੰ ਕੁੜੀ ਨੂੰ ਵਿਆਹਾਂਗੇ, ਕੌਸ਼ਕੀ ਨੂੰ। ਜਦੋਂ ਕਿਹਾ ਵੀ ਕੌਸ਼ਕੀ ਨੂੰ ਵਿਆਹਾਂਗੇ, ਜਿਹੜੇ ਲਿਆਉਣ ਵਾਲੇ ਤੇ ਉਹਨਾਂ ਦੀਆਂ ਵੀ ਠਹਿ ਗਈਆਂ।
मारो तेरी पट्टी में सो जेता है इस कम को भी लंगड़ा पिंगला पहाड़ है। बड़ा अनर्थ हो गया। वो आपदे आप नूं बेचारे ओले खड़ खड़ रोंदे ने भी अपने कर्म माड़े ਜਿਹੜੇ ਆਪਾਂ ਇਹ ਕੁੜੀ ਦੀ ਖਾਤਰ ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਆਪਾਂ ਜਵਾਬ ਹੀ ਦੇ ਦਿੰਦੇ ਵੀ ਅਸੀਂ ਜਾਂਦੇ ਨਹੀਂ। ਖੀਰ ਉਹ ਕੁੜੀ ਨੂੰ ਹੁਕਮ ਦੇਤਾ, ਬ੍ਰਾਹਮਣ ਸੱਦ ਲਿਆ ਲਾਮਾ ਵਾਲਾ, ਉਹਨੇ ਚੌਂਕ ਪੂਰ ਲਿਆ ਕੇ ਆ ਜਾ ਕਹਿੰਦਾ ਬੇਟਾ ਫਿਰ ਹੁਣ ਦੇਖਣਾ ਤੇਰੇ ਗ੍ਰੰਥ ਵੇਦ ਸ਼ਾਸਤਰ ਆ ਕੋੜੀ ਤੇਰੀ ਖਾਤਰ ਮੈਂ ਬਰ ਪਾਇਆ ਇਹਦੇ ਨਾਲ ਲਾਮਾ ਨੂੰ ਦੇਊਂਗਾ। ਉਹ ਕਹਿੰਦੀ ਪਿਤਾ ਕੋਈ ਡਿੱਕਾ ਨਹੀਂ, ਜਦੋਂ ਮੇਰੇ ਕਰਮ 'ਚ ਹੀ ਇਹ ਲਿਖਿਆ ਤੂੰ ਮੈਨੂੰ ਚੰਗਾ ਭਾਲ ਕੇ ਕਿੱਥੋਂ ਦੇਂਗਾ, ਮੈਨੂੰ ਕੋਈ ਡਿੱਕਾ ਨਹੀਂ, ਦੇ ਲਾਮਾ। ਪੰਡਤ ਨੂੰ ਕਹਿੰਦਾ ਵੀ ਦੇਵਤਾ ਲਾਮਾ ਦਬਾ ਇਹਦੀਆਂ ਮੁੰਡੇ ਦੀਆਂ ਇਹਦੇ ਨਾਲ ਲਟਕੀ। ਪੰਡਤ ਸੋਚਦਾ ਕਹਿੰਦਾ ਉਹ ਰਾਜਾ ਤੇਰੀ ਮੱਤ ਮਾਰੀ ਗਈ, ਇਹ ਕੀ ਕਰਦਾ ਹੈ, ਇਹ ਤਾਂ ਟੋਕਰੀ 'ਚ ਪਿਆ, ਉਹ ਤੂੰ ਕੁੜੀ ਆਪਦੀ ਇਹਦੇ ਨਾਲ ਲਾਵਾਂ ਦਿੰਦਾ। ਤੇਰੇ ਕਹਿੰਦੇ ਕੁੜੀ ਨੇ ਕੀ ਕਵਿਗਿਆ ਕਰਤੀ ਕੋਈ ਜਿਹੜਾ ਇਹਦੇ ਨਾਲ ਵੀ ਹੋਣ ਲੱਗੇ। ਕਹਿੰਦਾ ਇਹ ਕੁੜੀ ਮੇਰੇ ਮੂਹਰੇ ਲੱਤਰ ਲੱਤਰ ਬੋਲਦੀ ਹੈ। ਕਹਿੰਦਾ ਮੈਂ ਹੁਣ ਇਹ ਤੋਂ ਜਵਾਬ ਪੁੱਛੂੰਗਾ, ਫਿਰ ਜਵਾਬ ਲਊਂਗਾ ਇਹ ਤੋਂ। ਉਹ ਕਹਿੰਦੀ ਦੇਵਤਾ ਬ੍ਰਾਹਮਣ ਨੂੰ ਕਹਿੰਦੀ ਕੋਈ ਡਿੱਕਾ ਨਾ ਮੰਨ। ਉਹ ਪਰਮਾਤਮਾ ਨੇ ਜਦੋਂ ਮੇਰੇ ਕਰਮ 'ਚ ਇਹ ਲਿਖਿਆ ਹੈ ਮੈਨੂੰ ਸੋਹਣਾ ਸੁਨੱਖਾ ਤੇ ਗੱਭਰੂ ਜਵਾਨ ਕਿੱਥੋਂ ਪਾ ਕੇ ਦਿਓਗੇ, ਮੇਰੇ ਜਦੋਂ ਸੰਜੋਗ ਹੀ ਇਹਦੇ ਨਾਲ ਲਿਖੇ ਨੇ, ਦੇਵਤਾ ਤੂੰ ਲਾਵਾਂ ਦੇ ਦੇ। ਕਹਿੰਦਾ ਵੀ ਚੱਕੋ ਫਿਰ ਟੋਕਰੀ। ਕਹਿੰਦੀ ਮੈਂ ਹੀ ਚੱਕਦੀ ਹਾਂ, ਮੈਂ ਕਿਸੇ ਨੂੰ ਕੋਈ ਚੁਕਾਵਾਂ ਜਦੋਂ ਹੁਣ ਮੇਰਾ ਪਤੀ ਕਹਿਤਾ ਮੇਰੇ ਪਿਤਾ ਨੇ ਇਹ ਤੇਰਾ ਪਤੀ ਲਿਆਂਦਾ ਭਾਲ ਕੇ। ਟੋਕਰਾ ਚੱਕ ਲਿਆ ਸਿਰ 'ਤੇ ਧਰ ਲਿਆ। ਲੈ ਕਹਿੰਦੀ ਦੇਵਤਾ ਤੂੰ ਜਿਹੜਾ ਪਾਠ ਕਰਨਾ ਉਹ ਕਰ ਦੇ, ਮੈਂ 4 ਗੇੜੇ ਅੱਗ ਉੱਤੋਂ ਦੀ ਦੇ ਦੇਣੀ ਹੈ। ਸਿਰ 'ਤੇ ਪਤੀ ਚੱਕਿਆ ਹੋਇਆ, ਉਹ ਗੇੜੇ ਖਾ ਕੇ ਅੱਗ ਉੱਤੋਂ ਦੀ ਲੈ ਕੇ ਟੋਕਰੀ ਉੱਥੋਂ ਹੀ ਡੋਲੀ 'ਚੋਂ ਨਿਕਲਦੀ ਬੇਦੀ 'ਚੋਂ। ਅੱਛਾ ਪਿਤਾ ਕਹਿੰਦੀ ਖੁਸ਼ ਰਹੋ। ਭੈਣਾਂ ਰੋਂਦੀਆਂ ਨੇ ਖੜੀਆਂ, ਮਾਂ ਰੋਂਦੀ ਹੈ ਖੜੀ, ਬੇਟਾ ਤੇਰੇ ਨਾਲ ਭਾਵੀ ਕੀ ਬੀਤ ਗਈ। ਕਹਿੰਦੀ ਮਾਂ ਰੋਣ ਦੀ ਲੋੜ ਹੀ ਨਹੀਂ, ਲੋੜ ਨਹੀਂ ਰੋਣ ਦੀ। ਮੇਰਾ ਪਤੀ ਪਰਮੇਸ਼ਰ ਜੋ ਕੁਛ ਸੀ ਦੇਤਾ ਮੇਰਾ ਇਹੀ ਹੈ ਸਾਰਾ ਦੁਨੀਆ 'ਤੇ, ਬਸ ਦੂਜਾ ਮੇਰੇ ਕੋਲ ਨਾ ਵੀ ਨਾ ਲਓ। ਉਹ ਪਿਆਰੇ ਸਰੋਤ ਤੋਂ ਲੈ ਕੇ ਟੋਕਰੀ ਪਿਤਾ ਦੇ ਘਰੋਂ ਵਿਦਾ ਹੋ ਗਈ। ਸ਼ਹਿਰ ਰੋਂਦਾ, ਨਗਰ ਰੋਂਦਾ, ਮੈਂ ਮਰੋ ਤੇਰੀ ਪੱਟੀ ਮੇ ਸੋ ਜੋ ਤੇਰੇ ਇਹ ਜਿਹੜਾ ਕਿੱਥੋਂ ਕੁੜੀ ਦੇ ਪੱਲੇ ਪਾਤਾ। ਵਿਚਾਰੀ ਭਗਤਣੀ ਕੁੜੀ ਦੀ ਸਿੱਧ ਕਾਲੀ ਕੁੜੀ ਸੀ। ਉਹ ਲੈ ਕੇ ਟੋਕਰੀ ਰਾਮ ਰਾਮ ਕਰਦੀ ਵਿਦਾ ਹੋ ਗਈ ਜੇ ਉਜਾੜਾ ਨੂੰ। ਕਿ ਹੁਣ ਮੈਂ ਇਹਨੂੰ ਕਿਹੜੇ ਮੰਦਰਾਂ ਚਲ ਜਾਵਾਂ। जैसे मना तेरी परमात्मा ने लिखी होगी जी भोग। तो हम दानदार फिरती है जितों मंगती है, दिन चढ़ जाता मंगती है, खान पान इकट्ठा कर लेंदी है, रोटी टुक दाल पानी। पहला उन्होंने आपके पति को खवा के ਜਿਹੜਾ फिर जूठा कुठा बच जाता फिर वो छक लेंदी। ਉਹਦੀ पेट पूजा करके ਉਹਦੀ रुखसती लैके भी खुश हैं तू हूँ कि हाँ हूँ मैं छक ला छक ला। फिर वो खाती है रात ते दिन ਉਹਦਾ ਇਹੀ ਹੋ ਗਿਆ बस टोकरी सिर ते ਚੱਕੀ फिरी फिरदी। परमात्मा का भजन करती फिरदी है तो टोकरी ਚੱਕੀ फिरदी। एक दिन फिर ਉਹਨੂੰ ਵੱਡੇ जंगल ਦੇ ਵਿੱਚ रात पै गई। उस जंगल ਦੇ ਵਿੱਚ ਤਾਂਡਵ ਰਿਸ਼ੀ ਰਹਿੰਦਾ ਹੁੰਦਾ ਇੱਕ। ਉਹ ਤਾਂਡਵ ਰਿਸ਼ੀ ਦੇ ਕੋਲ ਦੀ ਕਿਤੇ ਜਾਂਦੇ ਤੇ ਚੋਰ ਉਹਨਾਂ ਨੇ ਉਹਦੀ ਤਾੜੀ ਲੱਗੀ ਦੇਖੀ ਮਹਾ ਰਿਸ਼ੀ ਜੀ। ਉਹ ਚੋਰਾਂ ਨੇ ਸੁੱਖ ਸੁੱਖ ਲਈ ਕਹਿੰਦੇ ਵੀ ਆ ਮਹਾਤਮਾ ਬਹੁਤ ਵਧੀਆ ਵੀ ਜਿਹੜੀ ਆਪਣੇ ਪਹਿਲੀ ਚੀਜ਼ ਹੱਥ ਲੱਗ ਗਈ ਆਪਾਂ ਇਹਦੇ ਗਲ 'ਚ ਪਾ ਕੇ ਜਾਵਾਂਗੇ। ਉਹ ਜਾ ਕੇ ਰਾਜਾ ਦੇ ਪਾੜ ਲਾ ਲਿਆ ਉਹਨਾਂ ਨੇ। ਜਦੋਂ ਖੂਟੀ ਬੰਨੀ ਹੱਥ ਕਰਿਆ ਉਹ ਖੂਟੀ 'ਤੇ ਹਾਰ ਲਮਕਦਾ ਰਾਣੀ ਦਾ। ਉਹ ਕਹਿੰਦੇ ਵੀ ਆ ਹਾਰ ਲੱਭਿਆ। ਕਹਿੰਦੇ ਵੀ ਇਹਨੂੰ ਤਾਂ ਫਿਰ ਅਲੱਗ ਹੀ ਰੱਖ ਲਓ ਆਪਾਂ ਪਰਨ ਕਰਕੇ ਕਰਕੇ ਆ
साध नूं मत्था टेक के आए हैं, ਚੱਕ ਕੇ ਲੈ ਕੇ ਜਿਹੜੀ ਚੀਜ਼ ਹੱਥ ਲੱਗੀ, ਮੁੜ ਕੇ ਉੱਥੋਂ ਦੀ ਲੰਘਣ ਲੱਗੇ ਤਾਂ ਉਹ ਤਾੜੀ ਲਾਈ ਫੇਰ ਬੈਠਾ, ਉਹਨੂੰ ਕੋਈ ਪਤਾ ਨਹੀਂ 10ਵੇਂ ਦੁਆਰ ਸਵਾਦ ਚੜ੍ਹੇ ਹੋਏ ਨੇ। ਉਹ ਰਾਣੀ ਵਾਲਾ ਜਿਹੜਾ ਹਾਰ ਸੀ ਉਹਦੇ ਤਾਂਡਵ ਦੇ ਗੱਲ 'ਚ ਪਾ ਗਏ, ਚੋਰ ਗਾਹਾਂ ਲੰਘ ਗਏ। ਉਹ ਜਦੋਂ ਰਾਜੇ ਨੂੰ ਪਤਾ ਲੱਗਿਆ ਭਾਈ ਮਗਰ ਪੁਲਿਸ ਚੜ੍ਹ ਗਈ, ਬਾਹਰ ਚੜ੍ਹ ਗਈ, ਲੱਭੋ ਕਿੱਧਰ ਨੂੰ ਗਏ, ਕਿੱਧਰ ਨੂੰ ਗਏ, ਕਿੱਧਰ ਨੂੰ। ਉਹ ਹੌਲੀ 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 ਲੱਭਦੇ ਲੱਭਦੇ ਉਹ ਉਜਾੜ 'ਚ ਪਹੁੰਚ ਗਏ, ਉੱਥੇ ਜਿੱਥੇ ਉਹ ਰਹਿੰਦਾ ਹੁੰਦਾ ਨਹੀਂ ਸੀ। ਉੱਥੇ ਪਹੁੰਚੇ ਤਾਂ ਉਹਦੇ ਗਲ 'ਚ ਹਾਰ ਦੇ ਕੇ ਉਹ ਕਹਿੰਦੀ ਹੁਣਾ ਤਾੜੀਆਂ ਲਾਈ ਬੈਠਾ, ਚੱਕ ਲਿਆ ਹਾਰ ਰਾਣੀ ਦਾ। ਉਹ ਰਾਜਾ ਨੂੰ ਕਹਿੰਦੀ ਜੀ ਤਾਂ ਸਾਧ ਦੇ ਗਲ 'ਚ ਹੈ ਹਾਰ। ਕਹਿੰਦਾ ਹੋਊ ਸਾਧ, ਕਹਿੰਦਾ ਸੂਲੀ ਦੇ ਦਿਓ। ਕਹਿੰਦਾ ਸਾਧ ਕਾਹਦਾ ਹੈ, ਜਦੋਂ ਹਾਰ ਚਰਾ ਕੇ ਲੈ ਗਏ ਤੇ ਆ ਕੇ ਗਹਿਰੇ ਜੰਗਲ 'ਚ ਵੜ ਗਿਆ ਕਿ ਵੀ ਮੈਂ ਇੱਥੇ ਕਿਹੜਾ ਆਉਂਦਾ, ਇਹਨੂੰ ਸੂਲੀ ਦੇ ਦਿਓ। ਉਹਨਾਂ ਨੇ ਉੱਥੇ ਸੂਲੀ ਗੱਡ ਲਈ, ਥੋੜ੍ਹੀ ਦੂਰ 'ਤੇ ਛੱਪੜ ਤੀ, ਪਾਣੀ ਦੇ ਆਸਰੇ ਹੀ ਰਹਿੰਦੇ, ਅੱਗੇ ਫਿੱਕੀ ਜਿੱਥੇ ਹੁੰਦੇ ਜਿਹੜੇ ਹਾਂ। ਅਤੇ ਉੱਥੇ ਉੱਧਰੋਂ ਉਹਨੂੰ ਸੂਲੀ ਦੇ ਉੱਤੇ ਧਰਤਾ, ਸਮਾਧੀ ਵੱਜੀ ਵਜਾਈ। ਉਹਨੂੰ ਸੂਲੀ ਨਹੀਂ ਆਉਂਦੀ, ਉਹਨੂੰ ਉੱਤੇ ਬੈਠਾ ਮੌਜ ਨਾਲ, ਉਵੇਂ ਜਿਵੇਂ ਤਾੜੀ ਲਾਈ ਸੂਲੀ ਦੇ ਸਿਖਰ। ਉਸ ਜੰਗਲ ਦੇ ਵਿੱਚ ਉਹ ਬਿਰਖ ਰਾਜਾ ਦੀ ਲੜਕੀ ਕੌਸ਼ਕੀ ਤੀ ਜਿਹੜੀ, ਉਹ ਵੀ ਚਲੀ ਗਈ ਉਸੇ ਜੰਗਲ 'ਚ। ਰਾਤ ਪੈ ਗਈ, ਰਾਤ ਪਈ ਤੇ ਉਹਨੇ ਬ੍ਰਿਕਸ਼ ਦੇਖਿਆ, ਉਹ ਬ੍ਰਿਕਸ਼ ਦੇ ਸਾਂਗ ਦੇਖੇ ਵੀ ਇੱਥੇ ਟੋਕਰੀ ਲੋਟ ਟਿਕ ਜੂਗੀ। ਰਾਤ ਪੈ ਗਈ, ਪਿੰਡ ਕੋਈ ਨੇੜੇ ਹੈ ਨਹੀਂ, ਮਨਾ ਇੱਥੇ ਰਾਤ ਕੱਟ ਲੈ, ਟੋਕਰੀ ਆ ਸਾਂਗ 'ਚ ਧਰ ਲੈ, ਆਪਾਂ ਡਾਣੇ ਨਾ ਲਾ ਕੇ ਪੈ ਜਾ। ਉਹ ਟੋਕਰੀ ਦਾ ਉਹਨੇ ਸਾਂਗਾਂ 'ਚ ਫਸਾ ਲਈਆਂ, ਤਾਂ ਬ੍ਰਿਕਸ਼ ਦੇ ਉੱਤੇ ਜਿਹ 'ਚ ਪਿੰਗਲਾ ਸੀ, ਆਪ ਉਹ ਡਾਣੇ ਨਾਲ ਲਾ ਕੇ ਪੈ ਗਈ ਅਤੇ ਝਾਕਦੀ ਉਹਦੇ ਟੋਕਰੀ ਨਹੀਂ ਹੈ। ਇਸ ਤਰ੍ਹਾਂ ਉਹ ਬੈਠੇ ਨੇ ਦੋਏ ਜੀ, ਗੱਲਾਂ ਬਾਤਾਂ ਕਰਦੇ ਨੇ। ਗੱਲਾਂ ਕਰਦਿਆਂ ਕਰਦਿਆਂ ਉਹਨੂੰ ਪਿੰਗਲੇ ਨੂੰ ਫਿਰਾਈ ਸੀ ਪਿਆਸ ਲੱਗੀ ਵੀ ਸਰੀਰ ਨਹੀਂ ਰਹਿੰਦਾ। ਬਹੁਤ ਚਿਰ ਤਾਂ ਉਹਨੇ ਆਪਦੇ ਮਨ ਦੇ ਵਿੱਚ ਸਬਰ ਰੱਖਿਆ ਵੀ ਜੇ ਤੈਂ ਮੂੰਹ ਦੇ ਵਿੱਚੋਂ ਕੱਢਤਾ ਇਹਨੂੰ ਬਿਪਤਾ ਪੈ ਜੂ ਵਿਚਾਰੀ, ਕਿੱਥੋਂ ਇਹ ਪਾਣੀ ਜੰਗਲ ਵਿੱਚੋਂ ਭਾਲ ਕੇ ਲਿਆਊ, ਖਬਰਾਂ ਕਿਤੇ ਨੇੜੇ ਮਿਲੇ ਜਾਂ ਨਾ ਮਿਲੇ, ਇਹ ਵੀ ਕੋਈ ਪਤਾ ਨਹੀਂ, ਕਿੱਡਾ ਵੱਡਾ ਜੰਗਲ ਹੈ। ਬਹੁਤ ਚਿਰ ਉਹਨੇ ਆਪਦੇ ਮਨ ਨੂੰ ਰੋਕ ਕੇ ਰੱਖਿਆ ਵੀ ਨਾ ਆਪਾਂ ਕਹੇ ਨਾ। ਅਖੀਰ 'ਤੇ ਉਹ ਪਿੰਗਲਾ ਪਿਆਸ ਨੇ ਇੰਨਾ ਤੰਗ ਕਰਿਆ, ਪਿੰਗਲੇ ਨੂੰ ਐਂ ਹੋ ਗਿਆ ਵੀ ਹੁਣ ਜਿੰਦ ਨਹੀਂ ਰਹਿੰਦੀ, ਪਾਣੀ ਮਿਲੂ ਤਾਂ ਬਚਾਂਗੇ ਅਤੇ ਨਹੀਂ ਜਿੰਦ ਜਾਊ। ਉਹਦੇ ਮੂੰਹੋਂ ਨਿਕਲ ਗਿਆ, ਕਹਿੰਦਾ ਐ ਮੇਰੀ ਧਰਮ ਪੰਥੀ, ਪਿਆਸ ਲੱਗੀ ਹੈ, ਲਾ ਨਾ ਦੇਰ, ਹੁਣ ਜਲਦ ਲਿਆ ਪਾਣੀ ਛੇਤੀ ਲਿਆ ਕੇ ਤੂੰ, ਜੇ ਮੇਰੀ ਜਾਨ ਬਚਾਉਣੀ ਹੈ। ਸਦਾ ਦਰਦ ਦਾ ਨਹੀਂ ਇਲਾਜ ਕੋਈ, ਜਿਹੜਾ ਕਹਿੰਦਾ ਮੈਨੂੰ ਆ ਸਦਾ ਦਾ ਦਰਦ ਚਿੰਬੜਿਆ, ਕੋੜ ਪਣੇ ਦਾ, ਪਿੰਗਲੇ ਪਣੇ ਦਾ, ਇਹਦਾ ਕੋਈ ਇਲਾਜ ਨਹੀਂ, ਇਹ ਤਾਂ ਹੁਣ ਨਾਲ ਹੀ ਜਾਊ ਪ੍ਰਾਣਾਂ ਦੇ। ਪਰ ਦਰਦ ਪਿਆਸ ਦਾ ਦੇਵੇ ਮਿਟਾ ਪਾਣੀ, ਜਿਹੜਾ ਪਿਆਸ ਦਾ ਦਰਦ ਹੈ ਉਹਨੂੰ ਤਾਂ ਪਾਣੀ ਥੰਮ ਦੂ ਨਾ। ਸੁਣ ਕੇ ਪਤੀ ਦੀ ਖਾਰੀ ਨੂੰ ਚੱਕਿਆ ਸੀਸ ਉੱਤੇ, ਸਿਰ 'ਤੇ ਧਰ ਲਈ ਖਾਰੀ, ਵੀ ਸੋਚਿਆ ਮੁਸ਼ਕਿਲ ਹੋ ਗਿਆ ਲਿਆਵਣਾ ਜਾਂ ਪਾਣੀ, ਵੀ ਜੇ ਤਾਂ ਇਕੱਲਾ ਛੱਡ ਕੇ ਜਾਨੀ ਹੈ ਤਾਂ ਕੋਈ ਉਹਨੇ ਜੀਵਨਾ ਚਿੰਬੜ ਜੇ ਮਾਸ ਸਾਰੀ, ਜਾਂ ਤੂੰ ਹੀ ਨਾ ਰਾਹ ਭੁੱਲ ਜੇ ਔਜੜ ਦੇ ਵਿੱਚ, ਤੂੰ ਪਾਣੀ ਮਿਲ ਜੇ ਤੈਨੂੰ ਆਉਣ ਦਾ ਰਾਹ ਭੁੱਲ ਜੇ ਵੀ ਕਿੱਧਰ ਨੂੰ ਜਾਣਾ, ਕਿੱਧਰ ਨੂੰ ਨਾ ਜਾਣਾ, ਵੀ ਫੇਰ ਵਿਛੋੜਾ ਪਊ। ਮਨਾ ਜੀ ਟੋਕਰੀ ਵੀ ਚੱਕ ਲੈ, ਸਿਰ 'ਤੇ ਧਰ ਲਈਏ, ਕਹਿੰਦੀ ਪਾਣੀ ਨਹੀਂ, ਹੁਣ ਪਾਣੀ ਕੋਲ ਹੀ ਲਿਜਾ ਲੈ, ਇਹਨੂੰ ਕਿੱਥੇ ਹੋਊ। ਉਹਨੇ ਟੋਕਰੀ ਚੱਕ ਕੇ ਸਿਰ 'ਤੇ ਧਰ ਲਈ, ਕੁਦਰਤ ਨਾਲ ਜਾਂਦੀ ਜਾਂਦੀ ਗਈ ਕਿੱਥੇ ਪਹੁੰਚੀ, ਜਿੱਥੇ ਉੱਤੇ ਸੂਲੀ ਰਿਸ਼ੀ ਅਤੇ ਨੀਚੇ ਸਾਰ ਸੂਲੀ, ਰਿਸ਼ੀ ਉੱਤੇ ਹੈ ਅਤੇ ਥੱਲੇ ਸੂਲੀ ਹੈ।
ਹੁਣ ਨੇਰ ਗਵਾਰ ਹੈ, ਉਹ ਉੱਥੋਂ ਦੀ ਚਲੀ ਆ ਰਹੀ ਹੈ। ਚਲੀ ਆ ਰਹੀ ਤਾਂ ਉਹ ਜਦੋਂ ਕੁਦੋਂ ਰਚਨਾ ਕੁਦਰਤ ਨਾਲ ਹੀ ਉਹ ਸੂਲੀ ਦੇ ਹੱਥ ਲੱਗਾ। ਉਹ ਸੂਲੀ ਦੇ ਨਾਲ ਉਸ ਲੜਕੀ ਦਾ ਹੱਥ ਲੱਗ ਗਿਆ, ਜਿਹੜਾ ਬੰਜਾ ਗੱਡਾ ਸੀ ਸੂਲੀ ਵਾਲਾ। ਪਲ ਵਿੱਚ ਹੋ ਗਈ ਰਿਸ਼ੀ ਦੇ ਪਾਰ ਸੂਲੀ, ਉਹਦਾ ਹੱਥ ਲੱਗਿਆ ਤੇ ਸੂਲੀ ਦੀ ਜਿਹੜੀ ਪਾਰ ਸਿਰ ਥੈਂਦੀ ਨਿਕਲੀ। ਸੂਲੀ ਆਈ, ਸਮਾਧੀਆਂ ਖੁੱਲ੍ਹ ਗਈਆਂ। ਜਦੋਂ ਸੂਲੀ ਆਈ, ਸਮਾਧੀ ਟੁੱਟ ਗਈ, ਖੁੱਲ੍ਹ ਕੇ ਕਰਤਾ ਦੋ ਫਾੜ ਰਿਸ਼ੀ। ਸਮਾਧੀ ਖੁੱਲ੍ਹ ਗਈ, ਤਦੋਂ ਸੁੱਕੀ ਦੇ ਵੱਲ ਧਿਆਨ ਹੋਇਆ। ਉਹ ਲੜਕੀ ਕੰਨੀ ਝਾਕਿਆ, ਹੱਥ ਲਾਉਂਦੀ ਨਾ ਤਾਂ ਸੂਲੀ ਆਉਂਦੀ ਨਾ। ਜੇ ਕਹਿੰਦਾ ਇਹ ਹੱਥ ਨਾ ਲਾਉਂਦੀ ਤੇ ਮੈਨੂੰ ਸੂਲੀ ਨਹੀਂ ਸੀ ਆਉਂਦੀ। ਤੇਰੇ ਹੱਥੋਂ ਹੀ ਇਹਦਾ ਚਲਾਨ ਹੋਏ। ਹੁਣ ਦੇਖਿਆ ਉਹਨੇ ਵੀ ਇਹ ਪਿੰਗਲੇ ਨੂੰ ਚੱਕੀ ਫਿਰਦੀ ਹੈ, ਇਹਦਾ ਪਤੀ ਹੈ। ਇਹਨੇ ਮਾਨ ਕੀਤਾ, ਇਹਦਾ ਆਪਦੇ ਆਪ ਦਾ ਮਾਨ ਕੀਤਾ ਵੀ ਮੈਂ ਪਤੀ ਵਰਤਾਂ। ਕਹਿਣ ਲੱਗਿਆ ਉਹ ਕੌਸ਼ਕੀ, ਬੇਸ਼ੱਕ ਇਸ ਦਾ ਤੈਨੂੰ ਗੁਮਾਨ ਹੋਇਆ, ਮੇਰੇ ਮਰਨ ਦੀ ਨਹੀਂ ਪ੍ਰਵਾਹ ਕੀਤੀ। ਤੇ ਮੇਰੇ ਮਰਨ ਦੀ ਤਾਂ ਪ੍ਰਵਾਹ ਨਹੀਂ ਨਾ ਸਮਝ ਲੈ। ਕਹਿੰਦਾ ਫਿਰ ਹੁਣ ਦੋਵਾਂ ਸ਼ਕਤੀਆਂ ਦਾ ਇਮਤਿਹਾਨ ਹੋਇਆ। ਹੁਣ ਕਿ ਤਾਂ ਤੇਰਾ ਤੇ ਮੇਰਾ ਇਮਤਿਹਾਨ ਹੋਊਗਾ। ਰਚਨਹਾਰ ਕੀ ਫੈਸਲਾ ਹੋਣ ਲੱਗਾ। ਰਚਨਹਾਰ ਕੀ ਫੈਸਲਾ ਹੋਣ ਲੱਗਾ। ਦੋਹਾਂ ਤਰ੍ਹਾਂ ਦਾ ਇਤਨਾ ਬਿਆਨ ਹੋਇਆ। ਕਹਿੰਦੇ ਐ ਕੌਸ਼ਕੀ, ਤੈ ਤਾਂ ਹੱਥ ਲਾਇਆ, ਮੈਨੂੰ ਸੂਲੀ ਆ ਗਈ। ਤੇਰਾ ਹੱਥ ਤੇ ਮੇਰੀ ਜ਼ਬਾਨ ਉੱਤੇ, ਤੇਰੇ ਤਾਂ ਹੱਥ ਨਾਲ ਤੈਂ ਫੈਸਲਾ ਕੀਤਾ। ਕਹਿੰਦਾ ਤੇਰਾ ਤਾਂ ਹੱਥ ਲੱਗਿਆ, ਤੈਂ ਹੱਥ ਲਾਇਆ ਤੇ ਮੈਨੂੰ ਸੂਲੀ ਆ ਗਈ। ਹੁਣ ਕਹਿੰਦਾ ਮੈਂ ਵੀ ਤੈਨੂੰ ਦਿਖਾਉਣਾ ਪਰਤਣਾ। ਆ ਤੇਰਾ ਪਤੀ ਜਿਹੜੇ ਦਾ ਮਾਨ ਕਰਦੀਆਂ, ਜਿਹੜੇ ਦੀ ਸੇਵਾ ਕਰਦੀ ਫਿਰਦੀਆਂ, ਜਿਹੜੇ ਦਾ ਮੜਕ ਨਾਲ ਤੇ ਫਰਕ ਨਾਲ ਤੂੰ ਦਿਖਾ ਰਹੀ ਹੈ ਚਮਤਕਾਰ। ਤੇਰਾ ਹੱਥ ਤੇ ਮੇਰੀ ਜ਼ਬਾਨ ਉੱਤੇ, ਸੂਰਜ ਚੜ੍ਹਦੇ ਨੂੰ ਤੇਰਾ ਪਤੀ ਵੀਰਵਾਨ ਹੋ ਜੂਏ। ਸੂਰਜ ਨੂੰ ਚੜੂਗਾ ਤੜਕੇ ਦਾ ਜਿਹੜਾ, ਤੇ ਤੇਰੇ ਪਤੀ ਦਾ ਵੀ ਉਹਦੇ ਮੌਤ ਨਾਲ ਦੀ ਨਾਲ ਹੋ ਜੂਗੀ। ਇਹ ਤੈਨੂੰ ਮੈਂ ਵੀ ਕਹਿਤਾ। ਜਦੋਂ ਇਹ ਉਹਨੇ ਕਿਹਾ ਜ਼ਬਾਨ ਦੇ ਵਿੱਚੋਂ ਰਿਸ਼ੀ ਨੇ, ਸੂਰਜ ਚੜ੍ਹਦੇ ਨੂੰ ਤੇਰੇ ਪਤੀ ਦਾ ਚਲਾਨ ਹੋ ਜੂ। ਉਹ ਖੜ ਗਈ, ਖੜ ਕੇ ਉੱਧਰ ਮੂੰਹ ਕਰ ਲਿਆ ਖੰਭੇ ਕਰਨੇ। ਕਹਿੰਦੀ ਉਹ ਰਿਸ਼ੀਆ, ਮੈਂ ਤਾਂ ਅਚਨਚੇਤ ਆਈ ਤੇ ਮੈਨੂੰ ਕੋਈ ਖਬਰ ਨਹੀਂ ਸੀ ਵੀ ਮੂਹਰੇ ਤੇਰੇ ਨਾਲ ਆ ਪਾਣਾ ਹੋਇਆ ਪਿਆ। ਮੈਥੋਂ ਤਾਂ ਹਨੇਰੇ 'ਚ ਕੁਦਰਤੋਂ ਹੱਥ ਲੱਗ ਗਿਆ। ਮੈਨੂੰ ਤਾਂ ਮਾਨ ਨਹੀਂ ਹੋਇਆ, ਮਾਨ ਤਾਂ ਤੈਨੂੰ ਹੋ ਗਿਆ। ਮੈਂ ਮਾਨ ਨਹੀਂ ਕਰਦੀ, ਪਰ ਤੈ ਹੁਣ ਬਟਨ ਦੱਬਤਾ ਮਾਨ ਵਾਲਾ, ਹੁਣ ਮੇਰੇ 'ਚ ਮਾਨ ਵੀ ਆਊਗਾ। ਤੇ ਤੂੰ ਜਿਹੜਾ ਇਹ ਬਚਨ ਮੈਨੂੰ ਕੀਤਾ ਹੈ ਵੀ ਸੂਰਜ ਚੜ੍ਹਦੇ ਨੂੰ ਖਤਮ ਹੋ ਜੂ, ਕਹਿੰਦਾ ਹਾਂ, ਤੈ ਤਾਂ ਹੱਥ ਲਾ ਕੇ ਮੇਰੇ ਨੂੰ ਸੂਲੀ ਦਿੱਤੀ ਹੈ, ਮੇਰੀ ਜ਼ਬਾਨ ਹੀ ਇਹ ਕੰਮ ਕਰੂਗੀ। ਕਰਕੇ ਤੇਰਾ ਪਤੀ ਤੇ ਤੂੰ ਦੋਹਾਂ ਦਾ ਵਿਛੋੜਾ ਪਈ। ਕਹਿੰਦੀ ਰਿਸ਼ੀਆ ਗਲਤ ਬੋਲ ਪਿਆ। ਸੂਰਜ ਕੌਣ ਜੋ ਤੜਕੇ ਉਹਦੇ ਹੋ ਜੂ, ਮੇਰੇ ਸਾਹਮਣੇ ਰੂਪ ਦਿਖਾਵੇ ਤਾਂ ਸਹੀ। ਉਹ ਬਾਬਾ ਤੂੰ ਇੱਕ ਸੂਰਜ ਨੂੰ ਕਹਿੰਦਾ, ਭਸਮ ਮੈਂ ਕਰਦਿਆਂ ਸੈਂਕੜੇ ਸੂਰਜਾਂ ਨੂੰ, ਮੈਂ ਸੈਂਕੜੇ ਸੂਰਜਾਂ ਨੂੰ ਭਸਮ ਕਰਨ ਵਾਲੀ ਹਾਂ। ਲੋਕ ਨੂੰ ਟੱਪ ਕੇ ਆਵੇ ਤਾਂ ਸਹੀ, ਫਿਰ ਦੇਖੂ ਮੈਂ ਤੇਰੇ ਸੂਰਜ ਨੂੰ। ਸੂਰਜ ਪਤੀ ਭਸਮ ਭਗਵਾਨ ਮੇਰਾ, ਮੇਰੀ ਰੋਸ਼ਨੀ ਜਰਾ ਬੁਝਾਵੇ ਤਾਂ ਸਹੀ। ਤੜਕੇ ਪਤਾ ਲੱਗੂ ਜਦੋਂ ਸੂਰਜ ਉਦੋਂ ਹੋ, ਸਾਡੇ ਨਾਲ ਮੁਕਾਬਲਾ ਖਾਵੇ ਤਾਂ ਸਹੀ। ਇਹ ਰਿਸ਼ੀ ਨੂੰ ਆਵਾਜ਼ ਦਿੱਤੀ ਉਹਨੇ, ਤੂੰ ਤਾਂ ਸ਼ਰਾਪ ਦੇ ਕੇ ਲਾ ਲਿਆ ਜ਼ੋਰ। ਮੈਂ ਤੈਨੂੰ ਵਚਨ ਦੇ ਚੱਲੀ ਵੀ ਮੈਂ ਸੂਰਜ ਹੀ ਨਹੀਂ ਚੜ੍ਹਨ ਦਿੰਦੀ।
ਇਹ ਵੀ ਪ੍ਰਚਾਰੀ ਸੂਰਜ ਚੜ੍ਹ ਜੇ ਫਿਰ ਸਾਡਾ ਸਤਿਆਂ ਦਾ ਨਾਂ ਮਿਟ ਜੂ ਦੁਨੀਆ 'ਚ। ਬਾਬਾ ਦੇਖੂਗਾ ਤੇਰੀ ਤਾਕਤ ਕਰਕੇ ਅਜਮਾ ਲਾਂਗੇ। ਇਹ ਕਹਿ ਕੇ ਤੇ ਸੂਰਜ ਉਹਨੇ ਚੱਕੀ ਖਾਰੀ ਸਿਰ ਤੇ ਫੇਰਤਾ ਦੀ। ਉਧ ਰਿਸ਼ੀ ਦੇ ਮੁਕਤ ਪ੍ਰਾਣ ਹੋਏ ਰਚਨਹਾਰ ਦੋਨਾਂ ਸ਼ਕਤੀਆਂ ਦੇ ਫਿਰ ਅੱਗੇ ਕਿਸ ਤਰ੍ਹਾਂ ਦੇ ਇਮਤਿਹਾਨ ਹੋਏ। ਫਿਰ ਉਹ ਦੋਵੇਂ ਸ਼ਕਤੀਆਂ ਦੇ ਅੱਡੋ ਅੱਡੀ ਬਿਆਨ ਹੋ ਗਏ। ਉਹ ਫਿਰ ਹੁਣ ਕਹਿੰਦਾ ਕਿ ਨਵੇੜਾ ਤਾਂ ਹੁਣ ਤੜਕੇ ਹੋਣਾ, ਰਾਤ ਵਿਚਾਲੇ ਪਈ ਹੈ। ਅੱਗੇ ਥੋੜ੍ਹੀ ਦੂਰ ਹੋਰ ਗਈ ਚੱਲ ਕੇ ਤਾਂ ਉੱਥੋਂ ਜਦੋਂ ਪਾਸੇ ਦੀ ਵੀ ਇੱਥੇ ਰਿਸ਼ੀ ਜਿਹੜਾ ਤਪ ਕਰਦਾ ਸੀ, ਇੱਥੇ ਢਾਬ ਕੋਈ ਨੇੜੇ ਹੋਊ। ਚਾਰ ਚਪੇਰੇ ਉਹਨੇ ਮਾਰੀ ਨਿਗਾ, ਉਹਨੂੰ ਢਾਬ ਦੀ ਪੱਤਣ ਸੀਗੀ ਵੀ ਹੋ ਸੇ ਪਾਣੀ, ਉੱਥੇ ਲੈ ਗਈ ਉਹਨੂੰ ਪਿੰਗਲੇ ਨੂੰ। ਲਓ ਪਤੀ ਜੀ ਕਹਿੰਦੀ ਪਾਣੀ ਪੀ ਲਓ। ਪਿੰਗਲੇ ਦਾ ਪਾਣੀ ਤਾਂ ਅਗਲਾ ਵੀ ਸੁੱਕ ਗਿਆ ਜਦੋਂ ਰਿਸ਼ੀ ਨੇ ਸ਼ਰਾਪ ਦਿੱਤਾ। ਉਹ ਕਹਿੰਦਾ ਹੁਣ ਕਿਹਨੂੰ ਪਾਣੀ ਪਿਆਏਂਗੀ, ਤੜਕੇ ਨੂੰ ਤਾਂ ਚਲੇ ਜਾਣਾ। ਉਹ ਮਨ ਦੇ ਨਾਲ ਗੱਲਾਂ ਕਰਦਾ ਆਪਦੇ ਪਿੰਗਲਾ ਵੀ ਜੇ ਤੂੰ ਆਪਦੇ ਕਰਮ ਨੂੰ ਫਟਕਾਰਦਾ ਵੀ ਤੇਰੇ ਨਾਲ ਇਹ ਗੱਲਾਂ ਕਰਦੀ ਵਿਚਰਦੀ ਫਿਰਦੀ ਤੀ, ਨਾਲ ਤਾਂ ਇਹਦਾ ਦਿਲ ਲੱਗਿਆ ਤੀ ਨਾਲ ਮੇਰਾ। ਤੂੰ ਇਹੋ ਜਿਹਾ ਨਿਭਾਗ ਨੇ ਪਾਣੀ ਮੰਗਿਆ, ਆ ਕਿੱਥੋਂ ਕੋਲੇ ਖੜਾ ਕਰ ਲੈਣ ਵਾਲੇ ਆਪਦੀ ਮੌਤ ਸਹੇੜ ਲਈ, ਨਾਲੇ ਇਹਦੀ ਇਹ ਵਿਚਾਰੀ ਕਿਹਦੇ ਕੋਲ ਰਹੂ, ਕਿਹਦੇ ਨਾਲ ਗੱਲਾਂ ਕਰੂ। ਜਿਹੜੀ ਕਣੀ ਕਣੀ ਮੰਗ ਕੇ ਪਹਿਲਾਂ ਮੇਰਾ ਪੇਟ ਭਰਦੀ ਹੈ, ਬਚ ਜੇ ਨਾਲ ਜਿਹੜਾ ਉਹ ਇਹ ਖਾ ਲੈਂਦੀ। ਮੈਂ ਕਿੱਥੋਂ ਨਿਭਾਗ ਨੇ ਪਾਣੀ ਮੰਗਿਆ ਤੂੰ ਮੈਂ ਪਾਣੀ ਮੰਗਦਾ, ਅਬ ਛੋੜਾ ਤਾਂ ਨਾ ਪੈਂਦਾ। ਉਹ ਡਰਦਾ, ਕਹਿੰਦਾ ਹੁਣ ਪੀ ਲਿਆ ਪਾਣੀ ਜਿਹੜਾ ਪੀਣਾ। ਉਹ ਕਹਿੰਦੀ ਪਤੀ ਕਿੱਥੇ ਫਿਰਦਾ ਤੂੰ, ਮੈਂ ਤੇਰੀ ਅਰਧ ਸਰੀਰ ਹੀ ਹਾਂ। ਕੀ ਹੋ ਗਿਆ ਹੈ ਜੇ ਇੱਕ ਸਾਧ ਨੇ ਕਹਿਤਾ, ਮੈਂ ਉਹਨੂੰ ਕਹਿ ਕੇ ਠੋਕਰ ਕੇ ਨਹੀਂ ਆਈ ਵੀ ਤੂੰ ਇੱਕ ਸੂਰਜ ਨੂੰ ਕਹਿੰਦਾ। ਇਹ ਹਜ਼ਾਰਾਂ ਸੂਰਜ ਚੜ੍ਹ ਕੇ ਅੱਜ ਮੈਂ ਹਜ਼ਾਰਾਂ ਨੂੰ ਭਸਮ ਕਰ ਦੂੰ। ਮੇਰੀ ਤਪ ਦੀ ਲਾਟ ਐਸੀ ਹੈ। ਪਾਣੀ ਪੀ, ਤੈਨੂੰ ਕੁਛ ਨਹੀਂ ਹੋਣ ਦਿੰਦੀ ਮੈਂ। ਹਾਂਜੀ ਪੀ ਪਾਣੀ ਦਵਾ ਦੇ, ਪਿਆਸ ਮਿਟਾ ਆਪਦੀ। ਪਿੰਗਲੇ ਨੇ ਇੱਕ ਦੋ ਘੁੱਟਾਂ ਭਰ ਲਈਆਂ ਵੀ ਹੁਣ ਮੇਰਾ ਦਿਲ ਧਰਾਉਂਦੀ ਹੈ। ਐਡੇ ਰਿਸ਼ੀ ਦੀ ਤਪੱਸਿਆ 'ਚੋਂ ਮੈਂ ਬਚੂੰ ਕਿਵੇਂ। ਪਰ ਉੱਧਰੋਂ ਹੁਣ ਫਿਰ ਸੂਰਜ ਦਾ ਵੀ ਟਾਈਮ ਹੁੰਦਾ ਜਾਂਦਾ। ਉੱਥੇ ਢਾਬ 'ਤੇ ਪੱਤਣ 'ਤੇ ਇੱਕ ਟੋਕਰੀ ਧਰ ਕੇ ਖੜ੍ਹ ਗਈ। ਸੂਰਜ ਬੰਨੀ ਕਰ ਲਿਆ ਫਿਰ ਤਰਾਟ ਸਤੀ ਨੇ। ਜਦੋਂ ਤਰਾਟ ਕੀਤਾ ਤਾਂ ਸੂਰਜ ਨੂੰ ਵੀ ਪਤਾ ਲੱਗਿਆ। ਹੁਣ ਉੱਥੇ ਸਿਆਣੇ ਕਹਿੰਦੇ ਨੇ, ਵੇਦ ਗ੍ਰੰਥਾਂ ਵਾਲੇ ਕਹਿੰਦੇ ਨੇ ਵੀ ਇੱਕ ਦਰ ਤਾਂ ਹੈ ਰਿਸ਼ੀ ਸ਼ਕਤੀ, ਇੱਕ ਦਰ ਹੈ ਸੁਖੀ ਸ਼ਕਤੀ, ਇੱਕ ਦਰ ਸ਼ਕਤੀਆਂ ਵਿੱਚ ਭਰਪੂਰ ਸੂਰਜ। ਜਿਹਨੂੰ ਸਰਬ ਸ਼ਕਤੀ ਮਾਨ ਆਖਿਆ, ਗ੍ਰੰਥ ਲਿਖਦੇ ਆ ਭਗਵਾਨ ਦਾ ਨੂਰ ਸੂਰਜ। ਪਰ ਡਰਦਾ ਐ ਪਰ ਕੰਮਿਆ ਸੁੱਕੀ ਦੀ ਦੇਖ ਸਕਦੀ। ਕਾਂਬਾ ਚੜ੍ਹ ਗਿਆ ਸੂਰਜ ਨੂੰ, ਚੜ੍ਹਨ ਬੰਨੀ ਹੋ ਗਿਆ ਮਜਬੂਰ ਸੂਰਜ। ਡਰਦਾ ਹੋਵੇ ਨਾ ਉਹਦੇ ਸੰਸਾਰ ਉੱਤੇ ਪਹਾੜ ਤੋਂ ਤਾਹਾਂ ਮੂੰਹ ਨਹੀਂ ਕਰਦਾ। ਡਰਦਾ ਹੋਵੇ ਨਾ ਉਹਦੇ ਸੰਸਾਰ ਉੱਤੇ ਰੱਠ ਠੱਲ ਖੜ ਹੋ ਗਿਆ ਦੂਰ ਸੂਰਜ। ਰਾਤ ਤੀ ਜਿਹੜਾ ਸਮੇਰੂ ਪਹਾੜ ਦੇ ਓਲੇ 'ਚ ਹੀ ਰੋਕ ਲੈ। ਫਿਰ ਤਾਂ ਹੁਣ ਇੱਕ ਥਾਂ ਹੀ ਖੜ੍ਹ ਗਿਆ ਸੂਰਜ, ਚਾਲ ਤਾਂ ਉਹਦੀ ਬੰਦ ਹੋ ਗਈ। ਤੁਸੀਂ ਸ਼ਾਇਦ ਨਾ ਦੇਖਿਆ ਹੁਣ ਬੇਟਾ, ਅਸੀਂ ਦੇਖਿਆ ਨੇ। ਸੂਰਜ ਦੀ ਤੇਜ਼ੀ ਐਡੀ ਹੈ। ਇੱਕ ਪਹਿਲਾਂ ਬੈਟਰੀਆਂ ਚੱਲੀਆਂ ਹੁੰਦੀਆਂ ਚਾਨਣ ਵਾਲੀਆਂ, ਉਹਨਾਂ ਦਾ ਗੋਲ ਸ਼ੀਸ਼ਾ ਹੁੰਦਾ ਵੀ ਆ ਮੇਰੇ ਖੁੰਡੇ ਦੀ ਹੁੱਜ ਵਰਗਾ ਮੋਟਾ। ਅਤੇ ਅਸੀਂ ਪਾਲੀ ਖੇਤ ਲੈ ਜਾਂਦੇ ਉਹੋ ਜਿਹਾ ਸ਼ੀਸ਼ਾ ਭਾਲ ਕੇ, ਜਦੋਂ ਹੋਲਾਂ ਹਾਲਾਂ ਦਾ ਆਹ ਰੁੱਤ ਹੁੰਦੀ। ਉਹ ਸ਼ੀਸ਼ੇ ਨੂੰ ਅਸੀਂ ਦੁਪਹਿਰੇ ਸੂਰਜ ਮੈਨੂੰ ਸਾਹਮਣਾ ਕਰ ਦਿੰਦੇ, ਨਾਲ ਲਿਜਾਂਦੇ ਕਾਗਜ਼। ਉਹ ਸ਼ੀਸ਼ੇ ਵਿੱਚ ਜਦੋਂ ਸੂਰਜ ਦੀ ਲਾਈਟ ਪੈਂਦੀ ਨਾ, ਥੱਲੇ ਕਾਗਜ਼ਾਂ ਨੂੰ ਅੱਗ ਲੱਗ ਜਾਂਦੀ।
ਸੂਰਜ ਦੀ ਐਡੀ ਤੇਜ਼ੀ ਹੈ। ਉਹ ਜਦੋਂ ਹੁਣ ਇੱਕ ਥਾਂ ਖੜ ਗਿਆ, ਕਿੱਥੇ ਆਪਾਂ ਕਿੱਥੇ ਸੂਰਜ, ਉੱਥੇ ਤਾਂ ਫਿਰ ਜੀਵਾਂ ਦੀ ਭਾਰੀ ਬਣਨੀ ਸੀ। ਕਾਰਜ ਕੁੱਲ ਸੰਸਾਰ ਦੇ ਬੰਦ ਹੋਏ, ਸਾਰੀ ਸੰਸਾਰ ਦੇ ਕਾਰਜ ਬੰਦ ਹੋ ਗਏ। ਮ੍ਰਿਤ ਲੋਕ ਅੰਦਰ ਹਾਹਾਕਾਰ ਹੋ ਗਈ। ਇੰਦਰ ਜਮ ਕੁਬੇਰ ਭੈ ਭੀਤ ਹੋਏ, ਸਾਰੇ ਦੇਵਤਾ ਭੈ ਭੀਤ ਹੋ ਗਏ। ਦੇਵਲੋਕ ਦੇ ਵਿੱਚ ਵਿਚਾਰ ਹੋਈ। ਸਾਰੇ ਦੇਵਤਾ ਸੋਚਦੇ ਵੀ ਸੂਰਜ ਕਿੱਥਾਂ ਖੜ ਗਿਆ, ਇੱਥੇ ਭੁੱਜ ਜਾਣਗੇ ਜੀਆ ਜੰਤ। ਜਿਹੜਾ ਸੂਰਜ ਦੀ ਰਫ਼ਤਾਰ 1 ਮਿੰਟ ਦੇ ਵਿੱਚ ਹਜ਼ਾਰਾਂ ਕੋਹਾਂ ਦੀ ਹੈ, ਇੰਨੀ ਰਫ਼ਤਾਰ ਦੱਸੀ ਹੈ ਇਹਦੀ ਸੂਰਜ ਦੀ। ਉਹ ਖੜਾ ਹੈ ਹੁਣ ਇੱਕ ਥਾਂ ਤੇ ਵੀ ਜੀਵ ਮਰਨ ਲੱਗ ਗਏ, ਪਾਣੀ ਦੇ ਜੀਵ ਵੀ ਲੱਗ ਗਏ ਮਰਨ। ਦੇਵਤਿਆਂ ਨੇ ਸੋਚਿਆ ਵੀ ਬੋਲੋ ਕਿ ਕਿਹੜੇ ਪਾਸੇ ਦੇਖੋ, ਸੋਚੋ ਕੀ ਹੋ ਗਿਆ, ਸੂਰਜ ਕਿਉਂ ਅਟਕ ਗਿਆ। ਸੂਰਜ ਨੂੰ ਖੜਾਉਣ ਵਾਲੀ ਕਿਹੜੀ ਸ਼ਕਤੀ ਹੈ, ਮਾਰੋ ਨਿਗਾਹ। ਸਭ ਦੇਵਤਿਆਂ ਦੇ ਵਿੱਚ ਹਰਜਲ ਪੈ ਗਿਆ। ਜਦੋਂ ਫਿਰ ਸਾਰਿਆਂ ਨੇ ਦੇਖਿਆ ਰਲ ਮਿਲ ਕੇ, ਕਹਿੰਦੇ ਉਹ ਦੇਵੀ ਖੜੀ ਹੈ ਘਾਟ ਦੇ ਉੱਤੇ, ਉਹ ਚੜ੍ਹਨ ਨਹੀਂ ਦਿੰਦੀ, ਸੂਰਜ ਨੂੰ ਨਹੀਂ ਚੜ੍ਹਨ ਦਿੰਦੀ। ਉੱਥੇ ਚੱਲੋ ਫਿਰ ਹੁਣ ਸਾਰੇ ਜਾ ਕੇ ਉਹਦੀ ਮਿਹਨਤਦਾਰੀ ਕਰੀਏ। ਸਾਰੇ ਦੇਵਤੇ ਇਕੱਠੇ ਹੋ ਗਏ, ਆਖਿਰ ਪਹੁੰਚ ਗਏ ਸ਼ਕਤੀ ਦੇ ਕੋਲੇ, ਸ਼ੁਕੀ ਦੇ ਕੋਲੇ ਜਾ ਖੜੇ। ਹੱਥ ਜੋੜ ਕੇ ਸੀਸ ਨਵਾਉਣ ਲੱਗੇ। ਹੱਥ ਜੋੜੇ ਤੇ ਸਭ ਨੇ ਸੀਸ ਝੁਕਾਇਆ, ਚਰਨਾਂ 'ਤੇ ਮੱਥਾ ਟੇਕਿਆ। ਬੀਬੀ ਮੁੱਖੋਂ ਆਖ ਬੀਬੀ ਸੂਰਜ ਉਦੇ ਹੋਵੇ, ਹੱਥ ਜੋੜ ਕੇ ਅਰਜ ਸੁਣਾਉਣ ਲੱਗੇ। ਐ ਬੀਬੀ ਸੰਸਾਰ ਭੁੱਜ ਜੂ ਤੇ ਤੂੰ ਕਹਿ ਦੇ ਸੂਰਜ ਉਦੇ ਹੋ ਜੇ। ਅੱਗੋਂ ਕੌਸ਼ਕੀ ਸਾਫ਼ ਜਵਾਬ ਦਿੱਤਾ, ਕਹਿੰਦੀ ਮੈਂ ਨਹੀਂ ਕਹਿ ਸਕਦੀ। ਕਿਉਂ? ਤੁਸੀਂ ਆਪਦੇ ਲਈ ਮਤਲਬ ਦੇ ਲਈ ਲਲਚਾਉਣ ਲੱਗ ਗਏ। ਤੁਹਾਡਾ ਮਤਲਬ ਹੈ ਨਾ, ਤੁਸੀਂ ਆਪਦਾ ਸਿੱਧ ਕਰਨਾ ਹੈ ਵੀ ਜੇ ਚੱਲ ਪਏ। ਪਰ ਮੇਰਾ ਸੂਰਜ ਅਸਤ ਹੁੰਦਾ ਹੈ, ਮੈਂ ਕਿਵੇਂ ਕਹਿ ਦਿਆਂ ਵੀ ਉਦੋਂ ਹੋ ਜਾ। ਰਾਜਨਹਾਰ ਮੇਰਾ ਸੂਰਜ ਰਹੇ ਚੜ੍ਹਿਆ, ਮੈਨੂੰ ਹੋਰ ਸੰਸਾਰ ਦੀ ਲੋੜ ਕੀ ਹੈ। ਮੈਂ ਮੇਰੇ ਪਤੀ ਭਗਵਾਨ ਦੀ ਕਰਾਂ ਸੇਵਾ, ਜ਼ਿਆਦੇ ਬਾਤ ਵਿਸਤਾਰ ਦੀ ਲੋੜ ਕੀ ਹੈ। ਉਹ ਦੇਵਤਿਓ ਮੈਨੂੰ ਮੇਰਾ ਸੂਰਜ ਚਾਹੀਦਾ। ਇਹ ਸੰਸਾਰ ਦੇ ਸੂਰਜ ਤੋਂ ਮੈਂ ਕੀ ਕਰਾਉਣਾ। ਮੇਰਾ ਸੂਰਜ ਬੁਝਦਾ ਏ। ਜੇ ਮੈਂ ਇਹਨੂੰ ਕਹਿੰਦੀ ਹਾਂ ਵੀ ਉੱਠ ਖੜ, ਚੜ੍ਹਿਆ ਆ ਜਾ ਤਾਂ, ਤੇ ਤੁਸੀਂ ਹੁਣ ਆਪਦੇ ਮਤਲਬ ਲਈ ਤਾਂ ਉੱਥੋਂ ਭੱਜ ਕੇ ਆ ਗਏ। ਆਪਦੇ ਮਤਲਬ ਤੁਸੀਂ ਮੇਰੇ ਮੂਹਰੇ ਰੱਖਤਾ ਤੇ ਮੈਨੂੰ ਤਾਂ ਨਹੀਂ ਨਾ ਪੁੱਛਿਆ ਤੁਸੀਂ ਵੀ ਕੀ ਦੁੱਖ ਸੁੱਖ ਹੈ, ਕੀ ਗੱਲ ਹੈ। ਹੁਣ ਫਿਰ ਮੈਂ ਤੁਹਾਡਾ ਕੀ ਕਰਾਂ। ਮੇਰਾ ਵਿਗੜਦਾ ਹੈ, ਮੈਂ ਤੁਹਾਡੇ ਨੂੰ ਤੋਂ ਕੀ ਕਰਾਉਣਾ ਹੈ ਜੇ ਮੈਂ ਆਪਦਾ ਹੀ ਵਿਗਾੜ ਲਿਆ। ਉਹ ਕਹਿੰਦੇ ਗੱਲ ਵੀ ਪੱਕੀ ਹੈ ਭਾਈ। ਉਹ ਇੱਕ ਦੂਜੇ ਨੂੰ ਲੱਗੇ ਦੇਵਤੇ ਕਹਿਣ, ਕਹਿੰਦੇ ਆਪਾਂ ਫਿਰ ਹੁਣ ਕੁਛ ਆਪਾਂ ਵੀ ਦਿਓ, ਫੇਰ ਹੀ ਗੱਲ ਲੋਟ ਆਊ। ਹੁਣ ਆਪਾਂ ਤਾਂ ਆਪ ਦੀ ਗੱਲ ਸਿਰੇ ਲਈ ਜਾਂਦੇ ਦੱਬੀ ਵੀ ਐਂ ਕਰਦੇ ਬੀਬੀ, ਐਂ ਕਰਦੇ। ਇਹਨੇ ਸਾਫ਼ ਸੁਣਾਤਾ ਵੀ ਮੈਂ ਤਾਂ ਕਹਿੰਦੀ ਨਹੀਂ। ਫਿਰ ਹੁਣ ਆਪਾਂ ਕੀ ਕਰੀਏ। ਕਹਿੰਦੇ ਵੀ ਹੁਣ ਆਪਾਂ ਨੂੰ ਦੇਣਾ ਪਊ। ਸਾਰੇ ਦੇਵਤੇ ਚਰਨ 'ਤੇ ਸੀਸ ਧਰ ਕੇ ਕਹਿੰਦੇ ਬੀਬੀ ਇੱਕ ਸਾਹਮਣੇ ਅਰਜ਼ ਉਚਾਰਦੇ ਹਾਂ, ਸਾਡੀ ਬੇਨਤੀ ਸੁਣ ਲੈ। ਕੀ? ਠੀਕ ਹੈ, ਸਰਾਪ ਹੋ ਰਿਸ਼ੀ ਦਾ ਟਲਦਾ ਨਹੀਂ, ਤੇਰਾ ਪਤੀ ਮਰੂਗਾ, ਸਾਨੂੰ ਵੀ ਪਤਾ। ਪਰ ਭੈਣੇ ਇੱਕ ਤੇਰੇ ਨਾਲ ਵਾਅਦਾ ਕਰਦੇ ਆ। ਕੀ ਵਾਅਦਾ? ਤੇਰੇ ਪਤੀ ਨੂੰ ਅਸੀਂ ਜਵਾਨ ਦਿਆਂਗੇ, ਜਿਉਂਦਾ ਕਰ ਦਾਂਗੇ, ਮਰੂਗਾ ਲਾਜ, ਜਿਉਂਦਾ ਵੀ ਕਰ ਦਿਆਂਗੇ। ਇੱਕ ਤਾਂ ਕੰਮ ਤੇਰਾ ਇਹ ਹੋ ਗਿਆ। ਹਾਂ, ਦੂਜਾ ਇੱਕ ਹੋਰ ਵੀ ਕਰਾਂਗੇ। ਕੀ? ਅੰਬਰ ਤੋਂ ਬੂੰਦ ਮੁਖ ਪਾ ਦਿਆਂਗੇ, ਰੂਪ ਦੇਵਤਾ ਤੁੱਲ ਬਣਾ ਦਿਆਂਗੇ। ਦੂਜਾ ਤੇਰਾ ਆ ਵੀ ਸਿਰੇ ਲਾ ਦਿਆਂਗੇ। ਅੰਬਰ ਤੋਂ ਬੂੰਦ ਪਾ ਕੇ ਮੂੰਹ ਦੇ ਵਿੱਚ ਉਹਨੇ ਬੱਠਾ ਕਰ ਦਿਆਂਗੇ।
ਆ ਜਿਹੜਾ ਕੋੜ ਕਾੜ ਜਾਂ ਪਿੰਗਲਾ ਪੁੰਗਲਾ ਪਾਣਾ ਸਭ ਚੱਕ ਦੇਂਗੇ, ਦੇਵਤਾ ਵਰਗਾ ਰੂਪ ਬਣਾ ਦੇਂਗੇ। ਬੀਬੀ ਸਦਾ ਸੁਹਾਗਣੇ ਭਾਗ ਭਰੀਏ ਐ ਭੈਣੇ, ਨਾਲੇ ਕੁਛ ਦਾ ਰੋਗ ਮਿਟਾ ਦਿਆਂਗੇ। ਅੱਜ ਤੋਂ ਇਹ ਸੰਸਾਰ ਦੇ ਵਿੱਚ ਤੇਰਾ ਨਾਮ ਵੀ ਰੋਸ਼ਨ ਬਣਾ ਦਿਆਂਗੇ, ਤੇਰਾ ਨਾਮ ਵੀ ਚਾਰੇ ਖੂੰਜਾਂ ਤੇ ਫੇਰ ਦੇਂਗੇ। ਯਾਰ ਨੇ ਉਹ ਦੇਵੀਆਂ ਜਿਹੜੀਆਂ ਸੂਰਜ ਨੂੰ ਕਢਾਉਣ ਵਾਲੀਆਂ ਇੱਕ ਪਾਸੇ, ਇਹ ਸਾਡੀ ਮਨਸ਼ਾ ਹੈ ਭੈਣੇ। ਜੇ ਅਜੇ ਵੀ ਸਾਡੀ ਗੱਲਾਂ ਨੂੰ ਝੂਠ ਮੰਨੇ, ਜੇ ਤੂੰ ਝੂਠ ਸਮਝਦੀ ਹੈ ਸਾਡੀ ਗੱਲ ਨੂੰ, ਫੇਰ ਕੀ ਤੁਸਾਂ ਤੋਂ ਦੂਰ ਸੂਰਜ ਇਹਨੂੰ ਭੈਣੇ ਉੱਥੇ ਰੋਕ ਸਕਦੀਆਂ ਜਿਹੜੇ ਉਹਨੂੰ ਕੋਈ ਫੂਕ ਨਹੀਂ ਸਕਦੀ। ਜੇ ਅਸੀਂ ਆਪ ਦੀ ਜ਼ਬਾਨ ਨਾ ਪੂਰੀ ਕਰਾਂਗੇ ਫਿਰ ਤੂੰ ਇਹ ਕੰਮ ਕਰਦੀ, ਫਿਰ ਕਿਤੇ ਤੋਂ ਦੂਰ ਹੋ ਜੂ ਸੂਰਜ। ਸਾਡੀ ਅਰਜ਼ ਮਨਜ਼ੂਰ ਕਰ, ਇਹ ਤੈਨੂੰ ਕਰਨੀ ਪਊ। ਅਸੀਂ ਬਚਨਬੱਧ ਹੋ ਗਏ ਤੇਰੇ ਨਾਲ। ਫਿਰ ਸੋਚਿਆ ਕੌਸ਼ਕੀ ਨੇ ਵਿਚਾਰਿਆ, ਕਹਿੰਦੀ ਵੀ ਠੀਕ ਹੈ, ਹੁਣ ਆਪਾਂ ਨੂੰ ਉਹਦੇ ਵੀ ਸਿਰੇ ਹੋ, ਅਤੇ ਆਪਾਂ ਨੂੰ ਤਾਂ ਉਦੋਂ ਵੱਧ ਚੌਗੁਣਾ ਹੌਸਲਾ ਹੁੰਦਾ। ਜਦੋਂ ਇਹ ਜਿਉਂਦਾ ਵੀ ਕਰਨਗੇ, ਕੋੜ ਵੀ ਹਟਾਉਣਗੇ, ਪਿੰਗਲਾਪਣ ਵੀ ਚੱਕਣਗੇ, ਦੇਵਤੇ ਵਰਗਾ ਰੂਪ ਰੰਗ ਬਣ ਜੂਗਾ, ਫਿਰ ਕਮਾਈ ਕਰਾਂਗੇ, ਦਿਖਾਵਾਂਗੇ। ਫਿਰ ਆ ਮੰਗਣ ਦੀ ਲੋੜ ਕਿਹੜੀ ਹੈ? ਇਹ ਆ ਗਈ ਚਿੱਤ ਜੋਦੀ ਨਾਲ ਦੀ ਨਾਲ ਫਿਰ ਗਿਆ ਮਨ। ਕਹਿ ਭੈਣੇ ਤੂੰ ਕਿ ਵੀ ਉਹਦੇ ਹੋ ਜੇ। ਆਖਿਰਕਾਰ ਫਿਰ ਕੌਸ਼ਕੀ ਮੰਨ ਲੀਤਾ, ਦਿੱਤੀ ਆਗਿਆ ਤਾਂ ਉਹਦੇ ਭਾਨ ਹੋਏ। ਸੁਖੀ ਪਤੀ ਦੇ ਪਤੀ ਰਵਾਨ ਹੋਏ, ਉਹਦੀ ਦੇਵਤੇ ਨਾਲ ਦੀ ਨਾਲ ਸੁਲਤਾਨ ਹੋਏ। ਉਧਰ ਦਾ ਸੂਰਜ ਸਮੇਰੂ ਤੋਂ ਤਾਹਾਂ ਮੂੰਹ ਚੱਕਿਆ, ਉਧਰੋਂ ਪਿੰਗਲਾ ਦੀ ਜਿਹੜਾ ਉਹਦੇ ਪ੍ਰਾਣ ਖਤਮ ਹੋ ਗਏ। ਤਦੋਂ ਦੇਵਤਾ ਸਹੀ ਜਵਾਨ ਹੋਏ, ਨਾਲ ਦੀ ਨਾਲ ਦੇਵਤੇ ਵੀ ਆ ਖੜੇ। ਲਿਆਓ ਵੀ ਕਹਿੰਦੇ ਅੰਮ੍ਰਿਤ ਦੀ ਬੂੰਦ ਕੱਢੋ। ਅੰਮ੍ਰਿਤ ਦੀਆਂ ਬੂੰਦਾਂ ਕੱਢੀਆਂ, ਦੋ ਉਹਦੇ ਮੁੱਖ ਦੇ ਵਿੱਚ ਪਾਈਆਂ ਅਤੇ ਸਿਰ ਤੋਂ ਨਹੀਂ ਫੇਰਿਆ ਹੱਥ ਦੇਵਤਿਆਂ ਨੇ। ਕੋੜ ਕਾੜ ਕਿਧਰੇ ਤੁਰ ਗਏ, ਪਿੰਗਲੇ ਪਣ ਕਿਧਰੇ ਤੁਰ ਗਏ। ਐਨ ਬਹਿ ਗਿਆ ਸਹੀ ਸਰੂਪ, ਬਾਦਸ਼ਾਹ ਵਰਗਾ ਰੂਪ ਬਣਾ ਕੇ। ਜਾ ਭੈਣੇ ਕਹਿੰਦੇ ਹੁਣ ਤੈਨੂੰ ਕਿਸੇ ਮੁਲਕ ਦਾ ਰਾਜ ਵੀ ਮਿਲੂਗਾ, ਇਹ ਵੀ ਤੈਨੂੰ ਅਸੀਂ ਵਚਨ ਕਰਦੇ। ਹੁਣ ਐਸ਼ ਵੀ ਲਾਉਂਗੇ ਤੁਸੀਂ, ਧੰਨ ਵੇਲੇ ਤੇਰੀ ਸ਼ਕਤੀ। ਇੱਧਰੋਂ ਉਹਨਾਂ ਦੇਵਤੇ ਜਸ ਗਾਉਣ ਲੱਗੇ। ਕਿੰਨਰ ਗੰਧਰਵ ਉੱਤੋਂ ਕਨੇਰਾ ਚੰਗੇਰਾ ਲੈ ਕੇ ਫੁੱਲਾਂ ਦੀਆਂ ਬਾਰਿਸ਼ਾਂ ਲਾ ਕੇ ਕਰਨ ਸੀਸ 'ਤੇ। ਉਹ ਬਾਰਿਸ਼ਾਂ ਗੰਧਰਵ ਪਸ਼ਰਾਂ ਦੇ ਆ ਕੇ ਗਾਨ ਹੋਏ, ਪਰੀਆਂ ਨਾਚ ਫਿਰਦੀਆਂ ਨੇ ਕਰਦੀਆਂ। ਪਤੀ ਦੇ ਵਰਤਾ ਦੇ ਖੂਬ ਸਨਮਾਨ ਹੋਏ। ਉਹਦੇ ਬੀਬੀ ਦੇ ਬਾਰੀ ਬਾਰੀ ਚਰਨੀਆਂ ਥਲਾਉਂਦੀਆਂ ਨੇ ਪਰੀਆਂ ਵੀ ਧੰਨ ਹੈ ਦੇਵੀ ਤੂੰ ਮਾਤ ਲੋਕ ਦੀ ਜੀ ਨੇ ਇੱਥੋਂ ਤੱਕ ਕਰਕੇ ਦਿਖਾਇਆ। ਸਭ ਖੁਸ਼ੀਆਂ ਹੋ ਗਈਆਂ ਸਾਰਿਆਂ ਨਾਲੋਂ। ਜੱਗ ਤੇ ਸ਼ਕਤੀਆਂ 'ਚੋਂ ਸ਼ਕਤੀ ਪਤੀ ਵਰਤਾ ਵੱਡੀ। ਅੱਗੇ ਕੁੱਲ ਸ਼ਕਤੀ ਜੀ ਦੇ ਹਾਰ ਹੋਈ। ਰਚਨਹਾਰ ਸੰਸਾਰ ਤੇ ਉਹ ਦੇਵੀਆਂ ਦੀ ਰਚਨਹਾਰ ਜੋ ਪਤੀ ਦੀ ਸਰਨ ਕਰਨ ਸੇਵਾ, ਉਹਨਾਂ ਦੇਵੀਆਂ ਦੀ ਜੈ ਜੈਕਾਰ ਹੋਈ। ਉੱਥੋਂ ਚੱਲ ਕੇ ਦਿਨ ਰਾਤ ਦੇ ਵਿੱਚ ਜੰਗਲ ਦਾ ਰਸਤਾ ਨਿਬੇੜਿਆ। ਅੱਗੇ ਕਿਸੇ ਬਾਦਸ਼ਾਹ ਦਾ, ਸ਼ਹਿਰ ਦਾ ਬਾਦਸ਼ਾਹ ਮਰਿਆ ਪਿਆ। ਉਹ ਕਹੇ, ਕੋਈ ਕਹੇ ਉਹਨੂੰ ਰਾਜਾ ਬਣਾ ਦਿਓ, ਉਹਨੂੰ ਰਾਜਾ ਬਣਾ ਦਿਓ। ਵਜ਼ੀਰ ਕਹਿੰਦੇ ਤੇ ਰਾਣੀਆਂ ਕਹਿੰਦੀਆਂ ਵੀ ਖਬਰਦਾਰ ਟੱਬੋ ਟੱਬੀ ਰਾਜਾ ਬਣਾਉਣ ਦੀ ਲੋੜ ਨਹੀਂ। ਕਿਉਂ? ਤੜਕੇ ਦਰਵਾਜ਼ੇ ਦੇ ਬਾਹਰ ਕੇ ਜਿਹੜਾ 4 ਵਜੇ ਮਿਲ ਜੇ ਉਹਨੂੰ ਰਾਜਾ ਬਣਾ। ਕੋਈ ਅਜੇ ਉਹ ਜੋੜੀ ਜਾ ਖੜੀ ਉੱਥੇ ਦਰਵਾਜ਼ੇ ਬਾਹਰ ਕੇ। ਉਹ ਦਰਬਾਨ ਕਹਿੰਦੇ ਵੀ ਹੁਣ ਤਾਂ ਤੜਕੇ ਦਰਵਾਜ਼ਾ ਖੋਲ੍ਹੂ। ਜਦੋਂ ਉਹਨਾਂ ਨੇ ਹੱਥ ਹੁੱਥ ਮਾਰੇ ਤਖਤਿਆਂ ਨਾਲ, ਤੜਕੇ ਖੁੱਲੂਗਾ, ਹੁਣ ਨਹੀਂ ਖੁੱਲ੍ਹਦਾ। ਇੱਕ ਕੌਲੇ ਨਾਲ ਲਾ ਕੇ ਉਹ ਪੈ ਗਈ, ਉਹਦੇ ਨਾਲ ਹੀ ਉਹ ਪੈ ਗਿਆ। ਪੈ ਰਹੇ ਤੜਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉੱਠ ਕੇ ਦੋਏ ਹੋ ਗਏ ਮੂਹਰੇ। ਵਜ਼ੀਰ ਕਹਿੰਦਾ ਵੀ ਪਾਊਗਾ ਚਾਰ ਇਹਨਾਂ ਦੇ। ਆ ਰਾਜਾ ਰਾਣੀ ਦੋ ਹੀ ਆ ਗਏ। ਰਾਣੀ ਤਾਂ ਹੋਰ ਵੀ ਹੈਗੀ ਮੂਹਰੇ, ਪਰ ਆਹ ਰਾਣੀ ਵੀ ਇਹਦੇ ਨਾਲ ਹੀ ਹੈ, ਇਹਨੂੰ ਕਿੱਧਰ ਭੇਜਾਂਗੇ।
ਹੁਣ ਨਾਲ ਹੀ ਰਾਣੀ ਇਹਨੂੰ ਬਣਾ ਦਿਓ। ਉਹ ਦੋਹਾਂ ਦਾ ਰਾਜ ਮਿਲ ਗਿਆ ਦੇਵਤਿਆਂ ਦੀ ਕਿਰਪਾ ਨਾਲ, ਭਗਵਾਨ ਦੀ ਕਿਰਪਾ ਨਾਲ। ਜਿਹੜਾ ਮਗਰਲਾ ਪਿਤਾ ਤੇ ਉਹ ਨੰਗ ਹੋ ਗਿਆ, ਕਿਧਰੇ ਬਾਗੇ ਰਾਜ ਦਰਬਾਰ ਸਭ ਲਾਗੇ ਫਟਲਾ ਲਾਣਤਾ ਦੇਣ। ਉਹਦੀਆਂ ਫਿਰ ਖਬਰਾਂ ਇੱਕ ਤਰੋਕੀ 'ਚ ਫਿਰ ਗਈਆਂ ਤਿੰਨ ਲੋਕ 'ਚ ਵੀ ਐਸੀ ਇੱਕ ਬਿਰਖ ਦੀ ਰਾਣੀ ਸੀ, ਰਾਜੇ ਦੀ ਕੰਨਿਆ ਸੀ। ਉਹਨੇ ਦੁਨੀਆ ਤੋਂ ਆ ਜਸ ਖੱਟਿਆ ਵੀ ਉਹ ਪਿੰਗਲੇ ਨਾਲ ਵਿਆਹਤੀ ਸੀ। ਪਿਓ ਨੇ ਗੁੱਸੇ ਹੋ ਕੇ ਉਹ ਕਹਿੰਦਾ ਮੇਰੀ ਕਰਤੂਤ, ਮੈਂ ਤਾਂ ਪਿੰਗਲੇ ਨਾਲ ਵੇਹੀ ਸੀ। ਅਤੇ ਉਹਨੂੰ ਰੱਬ ਨੇ ਕਿੱਥੋਂ ਤੱਕਰ ਚੱਕਿਆ। ਉਹ ਕੰਜਰਾ ਆਪਦੇ ਆਪ ਨੂੰ ਲੱਗ ਗਿਆ ਫਟਕਾਰਾਂ ਦੇਣ ਵੀ ਤੂੰ ਕਿੱਥੋਂ ਲੋਕਾਂ ਤੋਂ ਗਾਲਾਂ ਲੈ ਲਈਆਂ, ਫਿਟਲਾਨਤਾਂ ਲੈ ਲਈਆਂ। ਉਹ ਤਾਂ ਦੱਸਦੇ ਆ ਵੀ ਕਿਸੇ ਨਗਰੀ ਦੇ ਰਾਜਾ ਰਾਣੀ ਬਣੇ ਬੈਠੇ ਨੇ। ਉਹ ਕਿਧਰੇ ਪਿੰਗਲੇ ਬਣ ਗਏ। ਉਹਨੇ ਤਾਂ ਸੂਰਜ ਵੀ ਕਢਾਤਾ ਆਪਦੀ ਸ਼ਕਤੀ ਨਾਲ। ਉਹ ਤੇਰੇ ਘਰੇ ਦੇਵੀ ਜੰਮੀ ਤੀ ਸ਼ਕਤੀ ਦੀ ਤੇਤੋਂ ਰੱਖੀ ਨਾ ਗਈ। ਆਪਦੇ ਆਪ ਨੂੰ ਲੱਗ ਗਿਆ ਫਟਕਾਰਾਂ ਨੇ। ਐ ਵੀਰ ਬਹਾਦਰੋ, ਇੱਥੋਂ ਤੱਕ ਸੋਚਣਾ ਕੋਲੇ ਭੈਣੋ ਬੀਬੀਓ, ਤੁਹਾਨੂੰ ਮੇਰੇ ਹੱਥ ਬੰਨ੍ਹ ਕੇ ਅਰਜ਼ ਹੈ ਕਿ ਆਹ ਛੱਡ ਦਿਓ। ਕਦੇ ਸਾਧ ਨੂੰ ਸਵਾਮੀ ਜੀ ਕਹਿਤਾ, ਕਦੇ ਸਿੱਖ ਨੂੰ ਕਹਿਤਾ। ਮੈਂ ਤਾਂ ਇਹਨਾਂ ਚੀਜ਼ਾਂ 'ਤੇ ਵਿਰੋਧ ਹਾਂ। ਜੋ ਕੁਛ ਤੁਹਾਡਾ ਪਤੀ ਹੈ ਉਹ ਕੋਈ ਹੋਰ ਨਹੀਂ ਬਣ ਸਕਦਾ। ਸਹੀ ਗੱਲ ਹੈ। ਇੱਥੇ ਇੱਕ ਸਾਡੇ 4 ਵੇਦ ਦਾ ਪਾਠੀ ਮਹਾਤਮਾ ਸੀ ਬਰਮਦੇਵ, ਤੁਸੀਂ ਵੀ ਸੁਣਿਆ ਹੋ, ਵੱਢਣੀ ਵਾਲਾ। ਉਹ ਅੰਮ੍ਰਿਤਾਨੰਦ ਪ੍ਰੀਤਮ ਨੂੰ ਮਿਲਣ ਵਗ ਗਿਆ। ਮਿਲਣ ਗਿਆ। ਉਹਨੇ ਜਾ ਕੇ ਜਿਹੜੀ ਕੰਨਿਆ ਬਾਹਰ ਕੇ ਖੜੀ ਸੀ, ਉਹਨੇ ਜਾ ਕੇ ਸੁਨੇਹਾ ਦੇ ਦਿੱਤਾ ਵੀ ਭੈਣੇ ਵੱਢਣੀ ਵਾਲੇ ਮਹਾਤਮਾ ਆਏ ਨੇ, 4 ਵੇਦ ਦੇ ਪਾਠੀ ਨੇ, ਤੈਨੂੰ ਮਿਲਣ ਵਾਸਤੇ ਆਏ। ਉਹ ਕਹਿੰਦੀ ਭੇਜ ਦਿਓ। ਉਹ ਗਏ। ਉਹ ਕਹਿੰਦੀ ਬੈਠੋ ਬਾਬਾ ਜੀ, ਮੱਥਾ ਟੇਕਦੇ ਆ ਬਾਬਾ ਜੀ। ਹੁਣ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਸ਼ਾਇਰ ਸੀ, ਉਹ ਕਲਾਕਾਰ ਸੀ। ਉਹ ਥਾ ਮੱਚ ਗਿਆ ਦੇਖ ਕੇ ਸਾਧ ਵੀ ਮੈਨੂੰ ਸਵਾਮੀ ਜੀ ਕਿਉਂ ਨਹੀਂ ਕਿਹਾ। ਬਾਬਾ ਜੀ ਕਹਿੰਦੀ ਹੈ ਮੈਨੂੰ ਇਹ ਮੱਥਾ ਤਾਂ ਜ਼ਰੂਰ ਟੇਕਦਾ। ਹਰਖੀ ਜ਼ਿਆਦਾ ਜਿੱਦਾਂ ਬਾਬਾ ਹੋ ਚੱਕਿਆ ਮੈਂ ਕਿ ਉਹਨੂੰ ਵੀ ਉਂਗਲੀ ਫੜ ਕੇ ਤੋਰੇ ਵਧਾਇਆ ਹੋਇਆ ਨਹੀਂ ਸੀ। ਉਹ ਵੀ ਹੋ ਗਿਆ ਤਿਆਰ। ਅਤੇ ਉਹਨੇ ਗੱਲਾਂ ਬਾਤਾਂ ਕਰਦਾ ਕਰਦਾ ਉਸ ਗੱਲ 'ਤੇ ਲਿਆਇਆ ਮੋੜ ਕੇ, ਤਿੱਖੜ ਵਾਲਾ ਸੀ। ਉਹ ਕਹਿਣ ਲੱਗੀ, ਕਹਿੰਦੀ ਬਾਬਾ ਜੀ ਕੀ ਸੋਚਦਾ ਹੈ। ਕਹਿੰਦਾ ਤੈਂ ਮੈਨੂੰ ਸਵਾਮੀ ਨਹੀਂ ਕਿਹਾ। ਕਹਿੰਦੀ ਬਾਬਾ 4 ਵੇਦ ਤਾਂ ਪੜ੍ਹ ਗਿਆ ਪਰ ਤੈਨੂੰ ਅਕਲ ਘੱਟ ਹੈ। ਤੈਨੂੰ ਅਕਲ ਘੱਟ ਹੈ, ਆ ਭਰ ਦਿਓ ਵਿੱਚ ਇਹ। ਤੈਨੂੰ ਕਹਿੰਦੀ ਬਾਬਾ ਜੀ ਅਕਲ ਘੱਟ ਹੈ। ਕਹਿੰਦਾ ਕਿਉਂ, ਮੈਂ 4 ਵੇਦ ਦਾ ਪੜ੍ਹਿਆ ਕਿ ਨਹੀਂ ਹੋਏਗਾ। ਮੈਂ ਸ਼ਾਇਰ ਹਾਂ, ਮੈਂ ਵੀ ਮੂਹਰੇ ਕਵੀ ਹਾਂ। ਤੈਨੂੰ ਸਵਾਮੀ ਕਿਵੇਂ ਕਹਿੰਦੇ ਆ? ਸਵਾਮੀ ਤਾਂ ਉਹ ਹੈ ਜਿਹੜਾ ਸਾਡੇ ਮਾਪਿਆਂ ਨੇ ਸਾਨੂੰ ਭਾਲ ਕੇ ਦੇਤਾ। ਤੂੰ ਫਿਰਦਾ ਰਿਹਾ 4 ਵੇਦਾਂ ਨੂੰ ਚੱਕਿਆ, ਤੈਨੂੰ ਸਵਾਮੀ ਨਹੀਂ ਮੈਂ ਕਹਿੰਦੀ। ਨੱਕ ਮੋੜ ਤੇ ਸਾਧ ਦੇ ਅੰਮ੍ਰਿਤਾ ਪ੍ਰੀਤਮ ਨੇ ਫਿਰ ਝਾਕੇ ਗੁਟਰ ਗੁਟਰ। ਅਤੇ ਇਹ ਗੱਲ ਹੈ ਦੇਵੀਓ ਭੈਣੋ, ਜਿਹੜੀ ਤੁਹਾਡੀ ਸ਼ਕਤੀ ਹੈ ਬਹੁਤ ਵੱਖਰੀ ਹੈ। ਜੇ ਇਹਨੂੰ ਤੁਸੀਂ ਕਮਾਓ ਇਹ ਸ਼ਕਤੀ ਨੂੰ, ਇਹ ਸ਼ਕਤੀ ਦੇ ਮੂਹਰੇ ਕੋ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਸਭ ਸ਼ਕਤੀਆਂ ਤੋਂ ਵੱਡੀ ਇਹ ਹੈ ਜਿਹੜੀ ਪਤੀ ਦੀ ਸੇਵਾ ਤੁਹਾਡੇ ਵਾਸਤੇ। ਪਰ ਇਹ ਮੇਰੀਆਂ ਭੈਣਾਂ ਨੂੰ ਮੈਂ ਬੇਨਤੀ ਹੱਥ ਵਰ ਜੋੜ ਕੇ ਕਹਿਣਾ, ਨਾ ਕੋਈ ਸਾਧਣੀ ਬਣੋ, ਨਾ ਕੋਈ ਬਾਹਮਣੀ ਬਣੋ, ਨਾ ਕੋਈ ਸਿੱਖਣੀ ਬਣੋ। ਤੁਸੀਂ ਆਪਦੇ ਪਤੀ ਦੀ ਸੇਵਾ ਕਰੋ ਰੱਜ ਕੇ। ਤੁਹਾਨੂੰ ਸੱਚਖੰਡ ਦੇ ਵਿੱਚ ਇਹੀ ਲਿਜਾਊ। ਜਿਹੜਾ ਗੁਰੂ ਧਾਰਨਾ ਤੁਸੀਂ ਕਰਦੀ ਹੋ ਦੇਵੀ, ਉਹ ਵੀ ਤੁਹਾਨੂੰ ਦੱਸ ਦੇਣਾ ਤੁਹਾਡੇ ਉਸੇ ਗੁਰੂ ਦਾ ਫਿਕਰਾ ਬੋਲਦਾ। ਸ੍ਰੀ ਮੁਖ ਬਾਕ ਪਾਤਸ਼ਾਹੀ 10 औरत नारी नर का शरीर है, पुरख बिना कहे काम, सदगत दाता पुरख है अवर न दाता राम। थोड़ी तो राम नहीं बाँह फड़ के छड़ सकता सचखंड च जाऊँगी तो पति की सेवा करके जाऊँगी। ਉਹਨੂੰ ਰਾਮ ਨੂੰ ਵੀ ਪੁੱਠਾ ਮੋੜ ਦੇਣਗੇ ਜਿਹੜੇ ਉੱਥੇ ਪਹਿਰੇ 'ਤੇ ਖੜੇ ਨੇ ਡੰਡੇ ਵਾਲੇ ਵੀ ਇਹਦੀ ਸੀਟ ਹੀ ਨਹੀਂ, ਇੱਥੇ ਪਾਵਾਂਗੇ ਕਿੱਥੇ ਨੂੰ। ਇਹ ਦੇਵੀਓ ਮੇਰੀ ਪ੍ਰਾਰਥਨਾ ਹੈ, ਤੁਹਾਡੇ ਉਸੇ ਗੁਰੂ ਦੀ ਜਨਮ ਸਾਖੀ ਦੀ ਹੈ ਫਰਮਾਨ ਹੈ ਜਿਹਦੇ ਤੁਸੀਂ ਅੰਮ੍ਰਿਤ ਛਕਦੇ ਹੋ। ਉਹਨਾਂ ਨੇ ਆਪਦੀਆਂ ਨੂੰ ਨਹੀਂ ਛਕਾਇਆ ਕਿਸੇ ਨੂੰ।
ਇਹ ਤਾਂ ਬਾਦਲ ਦਾ ਅੰਮ੍ਰਿਤ ਹੈ, ਵੋਟ ਵਧਾਈਆਂ ਹੈ ਉਹਨੇ ਵੀ ਜਿਹਦੇ ਗੱਲ 'ਚ ਪਾ ਦਾਂਗੇ ਵੋਟ ਬਣ ਜੂ। ਫਿਰ ਦੇਖ ਲਓ ਉਹਦੇ ਅੰਮ੍ਰਿਤ ਨੇ ਉਹਦੇ ਨਾਲ ਕੀ ਕਰਤਾ। ਤੁਹਾਡੇ ਹੁਣ ਤਾਂ ਮੂਹਰੇ ਸਾਹਮਣੇ ਮਿਸਾਲ ਹੈ, ਹੁਣ ਤਾਂ ਲੁਕੀ ਛਿਪੀ ਗੱਲ ਨਹੀਂ, ਸਾਰਾ ਟੱਬਰ ਮਾਂਜਦਾ ਨਾ। ਉਹ ਬੈਠੇ ਇਨੂਆਂ ਵਰਗੇ ਮੂੰਹ ਕਰੀ। ਉਹ ਗੁਰੂ ਹੈ, ਉਹ ਜਗਤ ਗੁਰੂ ਹੈ, ਜਗਤ ਪਿਤਾ ਵੀ ਹੈ। ਉਹਨਾਂ ਨੇ ਆਪਦੀਆਂ ਨੂੰ ਨਹੀਂ ਸਿਖਾਇਆ, ਕਿਸੇ ਨੇ ਸਿਖਾਇਆ। ਦੱਸੋ ਮੈਨੂੰ ਕਿਸੇ ਕਿਹੜੀ ਪਾਤਸ਼ਾਹ ਨੇ ਮੇਰੇ ਨਾਲ ਕੋਈ ਗੱਲ ਕਰੀ ਜਿਹਦੀ ਮਰਜ਼ੀ ਹੈ। ਉਹਨਾਂ ਨੇ ਸਾਰੇ ਗੁਰੂਆਂ ਨੇ ਜਵਾਬ ਦਿੱਤਾ ਵੀ ਇਹ ਔਰਤ ਦਾ ਅਧਿਕਾਰ ਨਹੀਂ। ਤੁਹਾਨੂੰ ਤਾਂ ਉਹਨੇ ਆਪ ਦਾ ਆਪ ਦੇਤਾ ਪਰਮੇਸ਼ਰ ਨੇ, ਤੁਸੀਂ ਅਜੇ ਪਰਮੇਸ਼ਰ ਨੂੰ ਭਾਲਦੀਆਂ ਫਿਰਦੀਆਂ। ਉਹਨੇ ਕਿਹਾ ਵੀ ਮੈਂ ਤੁਹਾਡਾ ਪਤੀ ਹਾਂ, ਜਿਹੜਾ ਤੁਹਾਨੂੰ ਪਤੀ ਦੇਤਾ ਇਹ ਮੇਰਾ ਰੂਪ ਹੈ, ਜੋ ਕੁਛ ਲੈਣਾ ਇਸੇ ਤੋਂ ਲੈ ਲਿਓ, ਇਸੇ ਦੀ ਸੇਵਾ 'ਚੋਂ ਕੱਢ ਲਿਓ ਜੋ ਤੁਹਾਨੂੰ ਇੱਛਾ ਦੀ ਲੋੜ ਹੈ ਦੁਨੀਆ 'ਚ। ਪਰ ਇਹ ਤਾਂ ਸਾਡੇ ਆ ਪਖੰਡ ਨੇ, ਇਹਦਾ ਸਾਡਾ ਢਿੱਡ ਕਰਾਉਂਦਾ, ਸਾਡਾ ਪੇਟ ਕਰਾਉਂਦਾ ਵੀ ਲੁੱਟ ਲਈਏ। ਇਹਨਾਂ ਗੱਲਾਂ 'ਚ ਦੇਵੀਓ ਤੁਹਾਡਾ ਘੱਟ ਹੈ। ਮੈਂ ਤਾਂ ਭੈਣੋ ਸਿੱਧੀ ਗੱਲ ਦੱਸਦਾ, ਜੇ ਕਿਸੇ ਦੀ ਰੜਕ ਹੋਵੇ ਜਿਹਨੂੰ ਉਹ ਕਹਿੰਦਾ ਹੋਵੇ ਵੀ ਮੈਂ ਇਹ ਗੱਲ ਹੋ ਨਹੀਂ ਸਕਦੀ, ਮੈਨੂੰ ਐਂ ਦੱਸ ਦਿਓ ਵੀ ਕਿਹੜੇ ਗ੍ਰੰਥ ਦੇ ਵਿੱਚ ਲਿਖਿਆ ਵੀ ਬੁੱਢੀ ਅੰਮ੍ਰਿਤ ਛਕੇ। ਕੋਈ ਗ੍ਰੰਥ ਦਾ ਦੱਸੋ ਦੁਨੀਆ ਦਾ, ਲਿਆਓ ਜਿੰਨੀ ਸਿੱਖੀ ਦੇ ਗ੍ਰੰਥ ਨੇ ਚੱਕ ਲਿਓ, ਦੱਸੋ ਵੀ ਕਿੱਥੇ ਲਿਖਿਆ। ਇਹ ਬੇਨਤੀ ਹੈ ਭੈਣੋ, ਅੱਗੇ ਤੁਹਾਡੀ ਮਰਜ਼ੀ ਹੈ। ਇਹ ਨਾ ਸਾਧਨੀਆਂ ਬਣੋ, ਨਾ ਸਿੱਖਣੀਆਂ ਬਣੋ, ਨਾ ਬਾਹਮਣੀਆਂ ਬਣੋ, ਤੁਸੀਂ ਆਪਦੇ ਆਪ 'ਚ ਹੀ ਰਹੋ। ਜੋ ਕੁਛ ਖੱਟਣਾ ਇੱਥੋਂ ਖੱਟ ਲਓ ਬਸ। ਇੰਨੀ ਮੇਰੀ ਪ੍ਰਾਰਥਨਾ ਮਨਜ਼ੂਰ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।